ਸੋ ਉਹਦੇ ਤੇ ਮੇਰਾ ਦਿਲ ਬਹੁਤ ਦੁਖਦਾ ਹੈ। ਸ਼ਰਮ ਆਉਂਦੀ ਹੈ ਮੈਨੂੰ ਕਿ ਅੱਜ ਸਾਡੀ ਰਾਜਨੀਤੀ ਪੰਜਾਬ ਦੀ ਕਿਸ ਲੈਵਲ ਤੇ ਪਹੁੰਚ ਗਈ ਹੈ ਵੀ ਕਿਸੇ ਦੀ ਸੈਕਰੀਫਾਈਸ ਦੇ ਉੱਤੇ ਕਈ ਨੌਕਰੀਆਂ ਬਾਰੇ ਉਸ ਦੇ ਵਿੱਚ ਮੈਂ ਤੁਹਾਨੂੰ ਇੰਟਰੋਡਿਊਸ ਕਰਾਉਣਾ ਚਾਹੁੰਦਾ ਵੀ ਇਹ ਮੇਰਾ ਬੇਟਾ ਹੈ ਅਰਜੁਨ ਪ੍ਰਤਾਪ ਸਿੰਘ ਬਾਜਵਾ, ਜਿਹਦੀ ਅਪਾਇੰਟਮੈਂਟ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਕੈਬਨਿਟ ਵਿੱਚ ਕੀਤੀ। ਇਹ ਮੇਰਾ ਬੇਟਾ ਹੈ ਕਮਲ ਪ੍ਰਤਾਪ ਸਿੰਘ ਬਾਜਵਾ ਹੈ, ਵੱਡਾ ਹੈ ਛੋਟਾ ਹੈ। ਇਹ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਇਹ ਪੰਜਾਬ ਦੀ ਕਾਂਗਰਸ ਦਾ ਜਨਰਲ ਸੈਕਟਰੀ ਹੈ। ਇਹ ਸਾਡਾ ਮੇਰਾ ਪਰਿਵਾਰ ਹੈ ਤੇ ਜਿਹੜੀ ਕੰਪੈਸ਼ਨੇਟ ਗਰਾਊਂਡ ਦੇ ਉੱਤੇ ਨੌਕਰੀ ਲੈਣ ਦੀ ਕੋਈ ਗੱਲ ਆਈ ਉਸ ਦੇ ਉੱਤੇ ਪਹਿਲੇ ਮੈਂ ਚਾਹਾਂਗਾ ਵੀ ਅਰਜੁਨ ਆਪਣਾ ਵਿਊ ਪੁਆਇੰਟ ਦੇ ਔਰ ਉਸ ਤੋਂ ਬਾਅਦ ਫਿਰ ਕਮਰ ਆਪਣਾ ਵਿਊ ਪੁਆਇੰਟ ਫਿਰ ਮੈਂ ਦਵਾਂਗਾ, ਫਿਰ ਤੁਹਾਡੇ ਕੁਐਸਚਨ ਨੂੰ ਕਰਨਾ ਚਾਹੂੰਗਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮਾਸਕ ਉਤਾਰ ਲੈਣਾ ਜਾਂ ਥੋੜਾ ਲਾਊਡਲੀ ਬੋਲਿਓ ਪਲੀਜ਼। ਤੇ ਹੁਣ ਠੀਕ ਹੈ ਜੀ। ਹਾਂਜੀ, ਸਾਰਿਆਂ ਤੋਂ ਪਹਿਲਾਂ ਜੀ ਮੈਂ ਸਾਡੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦਾ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦਾ, ਜਿਨ੍ਹਾਂ ਨੇ ਸਾਡੇ ਦਾਦਾ ਜੀ ਸਰਦਾਰ ਸਤਨਾਮ ਸਿੰਘ ਜੀ ਬਾਜਵਾ ਦੀ ਸ਼ਹਾਦਤ ਨੂੰ ਇਹ ਆਨਰ ਦਿੱਤੀ ਤੇ ਮੈਨੂੰ ਇਸ ਕਾਬਿਲ ਸਮਝਿਆ ਕਿ ਮੈਂ ਇਸ ਪੁਲਿਸ ਦੀ ਨੌਕਰੀ ਦਾ ਰੋਲ ਚੰਗੀ ਤਰ੍ਹਾਂ ਨਿਭਾ ਪਾਵਾਂਗਾ। ਤੇ ਉਹਨਾਂ ਮੰਤਰੀਆਂ ਦਾ ਵੀ ਸ਼ੁਕਰੀਆ ਅਦਾ ਕਰਨਾ ਚਾਹੁੰਦਾ, ਵਿਧਾਇਕਾਂ ਦਾ ਤੇ ਸੰਸਦਾਂ ਜਾਂ ਜਿਨ੍ਹਾਂ ਨੇ ਇਸ ਡਿਸੀਜਨ ਨੂੰ ਬੈਕ ਕੀਤਾ, ਉਹਨਾਂ ਦੀ ਸਪੋਰਟ ਕੀਤੀ, ਸਾਡੇ ਪੱਖ ਵਿੱਚ ਵੀ ਕਿਹਾ, ਕਿਉਂਕਿ ਉਹਨਾਂ ਨੇ ਉਹ ਰਿਐਲਿਟੀ ਦੇਖੀ ਹੈ ਉਸ ਟਾਈਮ ਦੀ ਤੇ ਉਹਨਾਂ ਨੂੰ ਪਤਾ ਕਿ ਜਿਹੜੇ ਟੈਰਰਿਸਟ ਪਰਿਵਾਰ ਵਿਕਟਿਮ ਨੇ ਉਹਨਾਂ ਤੇ ਉਸ ਟਾਈਮ ਤੇ ਕੀ ਬੀਤੀ ਹੈ। ਸੋ ਆਈ ਥੈਂਕ ਯੂ ਆਲ ਫਰਮ ਦ ਬਾਟਮ ਆਫ ਮਾਈ ਹਾਰਟ ਕਿ ਤੁਸੀਂ ਸਾਨੂੰ ਇਸ ਕਾਬਿਲ ਸਮਝਿਆ। ਔਨ ਦੀ ਅਦਰ ਹੈਂਡ ਜਿਹੜੇ ਲੈਵਲ ਦੀ ਅੱਜ ਮੈਂ ਰਾਜਨੀਤੀ ਦੇਖੀ ਹੈ ਇਸ ਟੌਪਿਕ ਤੇ, that this whole issue has been blown out of proportion, ਸੋ ਉਹਦੇ ਤੇ ਮੇਰਾ ਦਿਲ ਬਹੁਤ ਦੁਖਦਾ ਹੈ। ਸ਼ਰਮ ਆਉਂਦੀ ਹੈ ਮੈਨੂੰ ਕਿ ਅੱਜ ਸਾਡੀ ਰਾਜਨੀਤੀ ਪੰਜਾਬ ਦੀ ਕਿਸ ਲੈਵਲ ਤੇ ਪਹੁੰਚ ਗਈ ਹੈ ਵੀ ਕਿਸੇ ਦੀ ਸੈਕਰੀਫਾਈਸ ਦੇ ਉੱਤੇ ਕਈ ਰਾਜਨੀਤਿਕ ਲੋਕ ਆਪਣੀ ਸਿਆਸੀ ਰੋਟੀਆਂ ਸੇਕ ਰਹੇ ਨੇ। ਸੋ ਕੀਪਿੰਗ ਆਲ ਦਿਸ ਇਨ ਮਾਈਂਡ, me, my father, my mother, my elder brother Kanwar and my sister Sukhmani, we all sat together and we have taken a collective decision within our family that we will not be saying yes and accepting this job. ਜਿੱਥੇ ਸਾਡੇ ਦਾਦਾ ਜੀ ਨੇ ਆਪਣੀ ਲਾਈਫ ਪਾਰਟੀ ਵਾਸਤੇ, ਪੰਜਾਬ ਦੇ ਪੀਸ ਵਾਸਤੇ ਸੈਕਰੀਫਾਈਸ ਕਰਤੀ ਤੇ ਇਹ ਨੌਕਰੀ ਦਾ ਬਹੁਤ ਛੋਟੀ ਚੀਜ਼ ਹੈ। ਇਹੋ ਜਿਹੀਆਂ ਨੌਕਰੀਆਂ ਮੈਂ 100 ਵਾਰੀ ਵਾਰਨ ਨੂੰ ਤਿਆਰ ਹਾਂ ਜੇ ਇਹਦੇ ਕਰਕੇ ਸਾਡੀ ਪਾਰਟੀ ਤੇ, ਸਾਡੀ ਫੈਮਿਲੀ ਤੇ ਜਾਂ ਸਾਡੇ ਲੀਡਰ ਤੇ ਕੋਈ ਇਲਜ਼ਾਮ ਲੱਗਦੇ ਨੇ, ਕੋਈ ਉਂਗਲ ਉਠਾਉਂਦਾ ਤੇ ਇਹੋ ਜੀ ਨੌਕਰੀ ਮੈਂ 100 ਵਾਰੀ ਛੱਡਣ ਨੂੰ ਤਿਆਰ। ਹੁਣ ਦੂਜੀ ਗੱਲ ਤੇ ਉਹਨਾਂ ਜੀ ਮੇਰੀ ਕ੍ਰੈਡੀਬਿਲਿਟੀ ਦੇ ਬਾਰੇ ਬਹੁਤ ਕੁਐਸਚਨ ਉੱਠੇ ਨੇ ਕਿ ਜੀ ਅਰਜੁਨ ਬਾਜਵਾ ਕਰਦੇ ਕੀ ਨੇ, ਕਰੋੜਾਂ ਦੀਆਂ ਗੱਡੀਆਂ ਤੇ ਚਲਾਉਂਦੇ ਨੇ, ਕਰੋੜਾਂ ਦੀਆਂ ਕੋਠੀਆਂ ਨੇ ਇਹਨਾਂ ਕੋਲ। ਕਿਸੇ ਨੇ ਇਹ ਪਤਾ ਕਰਨ ਦੀ ਕੋਸ਼ਿਸ਼ ਕੀਤੀ ਕਿ ਅਰਜੁਨ ਬਾਜਵਾ ਦੀ ਕੁਆਲੀਫਿਕੇਸ਼ਨ ਕੀ ਹੈ? ਮੈਂ ਤੁਹਾਨੂੰ ਦੱਸ ਦਿੰਦਾ, ਮੈਂ ਨੈਸ਼ਨਲ ਲੈਵਲ ਤੇ ਬਾਸਕਟਬਾਲ, ਹਾਕੀ, ਗੋਲਫ ਦਾ ਪਲੇਅਰ ਰਹਿ ਚੁੱਕਿਆ। ਫਿਟਨੈਸ ਦੇ ਅੰਦਰ ਮੈਂ ਪੂਰਾ, ਆਈ ਹੈਵ ਸਟੱਡੀਡ ਇਨ ਦ ਮੋਸਟ ਪ੍ਰੈਸਟੀਜੀਅਸ ਸਕੂਲ ਇਨ ਦਿਸ ਕੰਟਰੀ ਕਾਲਡ ਦ ਲਾਰੈਂਸ ਸਕੂਲ ਸਨਾਰ। ਜੇ ਮੈਂ ਵਧੀਆ ਕਾਲਜ ਚੱਲ ਗਿਆ, ਵਧੀਆ ਸਕੂਲ ਚੋਂ ਗ੍ਰੈਜੂਏਟ ਹੋ ਗਿਆ, ਮੇਰੇ ਕੋਲ BBA ਦੀ ਡਿਗਰੀ ਹੈ, ਸਾਰੀਆਂ ਕੁਆਲੀਫਿਕੇਸ਼ਨਸ ਨੇ, ਤੇ ਹਾਊ ਡਸ ਦੈਟ ਸਟਾਪ ਮੀ ਫਰੋਮ ਕਲੇਮਿੰਗ ਮਾਈ ਰਾਈਟ? ਹਾਊ ਡਸ ਦੈਟ ਸਟਾਪ ਪੀਪਲ ਟੂ ਟੈਲ ਮੀ ਅਬਾਊਟ ਮਾਈ ਗ੍ਰੈਂਡਫਾਦਰ ਸੈਕਰੀਫਾਈਸ ਕਿ 34 ਸਾਲਾਂ ਬਾਅਦ ਜੀ ਕਿੱਦਾਂ ਦੇ ਰਹੇ ਹੋ? ਕੋਈ ਸ਼ਹਾਦਤ ਦੀ ਕੋਈ ਐਕਸਪਾਇਰੀ ਡੇਟ ਹੁੰਦੀ ਹੈ ਕਿ ਮਹਾਤਮਾ ਗਾਂਧੀ ਅੱਜ ਤੋਂ ਕਿੰਨੇ ਸਾਲਾਂ ਪਹਿਲੇ ਸ਼ਹੀਦ ਹੋ ਗਏ, ਆਪਾਂ ਕਿਹਾ ਨਹੀਂ ਜੀ 20 ਸਾਲ ਹੋ ਗਏ ਬਸ ਮਹਾਤਮਾ ਗਾਂਧੀ ਨੂੰ ਭੁੱਲ ਜਾਈਏ ਫਿਰ ਆਪਾਂ? ਇਹ ਕਿੱਥੋਂ ਦਾ ਜਸਟਿਸ ਹੈ? ਲੋਕੀ ਗੱਲ ਕਰਦੇ ਨੇ। ਇੱਕ ਹੋਰ ਪੁਆਇੰਟ ਮੈਂ ਬਹੁਤ ਕਲੀਅਰਲੀ ਦੱਸਣਾ ਚਾਹੁੰਦਾ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਕੋਈ ਬੰਦਾ ਇੰਸਪੈਕਟਰ, DSP ਰਿਕਰੂਟ ਹੁੰਦਾ ਹੈ, ਇਹ ਨਹੀਂ ਹੁੰਦਾ ਕਿ ਕੱਲ ਨੂੰ ਕੈਬਨਿਟ ਨੇ ਅਪਰੂਵ ਕੀਤਾ ਤੇ ਅੱਜ ਮੈਂ ਵਰਦੀ ਪਾ ਕੇ ਤੇ ਥਾਣੇ ਪਹੁੰਚ ਗਿਆ। ਇਹਦੀ 2 ਸਾਲ ਦੀ ਬਕਾਇਦਾ ਟ੍ਰੇਨਿੰਗ ਹੁੰਦੀ ਹੈ। 1 year ਇੰਸਟੀਟਿਊਸ਼ਨਲ ਟ੍ਰੇਨਿੰਗ ਇਨ ਫਿਲੌਰ, 3 months commando training at Bahadurgarh Fort, then 8 months you are posted as an SHO on field। ਉਸ ਤੋਂ ਬਾਅਦ ਜਾ ਕੇ ਤੁਸੀਂ ਕਿਤੇ ਲੱਗਦੇ ਹੋ। ਮੈਂ ਕੋਈ ਚੇਅਰਮੈਨ ਹੀ ਤਾਂ ਲਿੱਤੀ ਨਹੀਂ ਕਿ ਜੀ ਹਾਂ ਬੜਾ ਸੌਖਾ ਕੰਮ ਹੈ ਕਿ ਤੁਸੀਂ AC ਦਫ਼ਤਰ ਤੇ ਜਾਓ ਤੇ ਸ਼ਾਮੀ 2 ਘੁੱਗੀਆਂ ਕਾਗਜ਼ਾਂ ਤੇ ਮਾਰ ਕੇ ਤੇ ਘਰ ਨੂੰ। ਪੁਲਿਸ ਦੀ ਨੌਕਰੀ ਇੱਕ ਬ੍ਰੇਵ ਹਾਰਟ ਦੀ ਨੌਕਰੀ ਹੈ। ਇਟ ਵੁੱਡ ਹੈਵ ਬੀਨ ਨਥਿੰਗ ਬਟ ਅ ਟ੍ਰਿਬਿਊਟ ਟੂ ਮਾਈ ਲੇਟ ਗ੍ਰੈਂਡਫਾਦਰ। ਹੀ ਵੁੱਡ ਹੈਵ ਲਵਡ ਟੂ ਸੀ ਮੀ ਇਨ ਦਿਸ ਯੂਨੀਫਾਰਮ serving the country like he did, and maybe
ਖੁਦਾ ਨਾ ਖਾਸਤਾ ਪੁਲਿਸ ਦੀ ਨੌਕਰੀ ਇਹੋ ਜਿਹੀ ਹੈ ਕਿ ਯੂ ਹੈਵ ਟੂ ਰਿਸਕ ਯੋਰ ਲਾਈਵਸ ਐਵਰੀ ਡੇ ਟੂ ਫਾਈਟ ਕ੍ਰਾਈਮ। ਇਹ ਤਾਂ ਹੁੰਦਾ ਨਹੀਂ ਨਾ ਕਿ ਭਾਈ ਬਹੁਤ ਕੀ ਕਹਿੰਦੇ ਆ ਟੌਰ ਦੀ ਮਤਲਬ ਉਹ ਕੀ ਕਹਿੰਦੇ ਬਹੁਤ ਈਜ਼ੀ ਲਾਈਫ ਹੈ। You have to risk your life every day to protect people. That's what my grandfather did. That's the president he sent it. He created, and that's the blood that is running in our veins to serve this nation in some way. So ये नौकरी छोटी चीज़ है कोई ना। I think life has better things to offer me. ਤੇ ਆਪਾਂ ਕੀ ਕਹਿੰਦੇ ਆ ਇਹਦੇ ਉੱਤੇ ਇੰਨੀ ਗੰਦੀ ਰਾਜਨੀਤੀ ਨਾ ਕਰੀਏ। ਤੇ ਤੀਜੀ ਗੱਲ ਮੈਂ ਹੁਣ ਆਉਣਾ ਚਾਹੁੰਦਾ ਕਿ ਕਿਸੇ ਬੱਚੇ ਨੇ ਆਪਣੇ ਦਾਦੇ ਦਾ ਜਿਹੜਾ ਪਿਆਰ ਨਹੀਂ ਕਦੇ ਦੇਖਿਆ। ਆਈ ਲੋਸਟ ਮਾਈ ਗ੍ਰੈਂਡਫਾਦਰ ਬਿਫੋਰ ਆਈ ਵਾਸ ਬੋਰਨ। ਤੇ ਲੋਕੀ ਇਹਦੇ ਤੇ ਰਾਜਨੀਤੀ ਕਰਦੇ ਨੇ ਕਿ ਇਹਦੇ ਬੱਚੇ ਪੈਦਾ ਨਹੀਂ ਹੋਏ ਸੀ ਤੇ ਇਹਨਾਂ ਨੂੰ ਕਿਉਂ। ਤੇ ਇਹ ਕਿੱਥੋਂ ਦਾ ਲੌਜਿਕ ਹੈ? ਇੱਕ ਗ੍ਰੈਂਡਫਾਦਰ ਤੇ ਗ੍ਰੈਂਡਸਨ ਦੀ ਬਹੁਤ ਸਪੈਸ਼ਲ ਰਿਲੇਸ਼ਨਸ਼ਿਪ ਹੁੰਦੀ ਹੈ ਵਿਚ ਆਈ ਨੈਵਰ ਗੋਟ ਟੂ ਐਕਸਪੀਰੀਅੰਸ। ਟੁਡੇ ਆਈ ਐਮ ਵਾਂਟਿੰਗ ਟੂ ਸਰਵ ਦ ਨੇਸ਼ਨ। ਕੋਈ ਨਾ ਰੱਬ ਹੋਰ ਮੌਕੇ ਦਊਗਾ। ਲੋਕਾਂ ਨੇ ਇਹ ਤਾਂ ਦਿਖਾਤਾ ਕਿ ਸਾਡੀਆਂ ਕਰੋੜਾਂ ਦੀਆਂ ਕੋਠੀਆਂ ਹੈ ਤੇ ਕਰੋੜਾਂ ਦੀਆਂ ਗੱਡੀਆਂ ਹੈ ਤੇ ਫਲਾਣਾ ਢਿਮਕਣਾ ਹੈ, ਇਹ ਕੀਤਾ ਤੇ ਉਹ ਕੀਤਾ, ਇਹ ਤਾਂ ਘੁੰਮਦਾ ਹੈ, ਇਹ ਕਰ ਲਿਆ ਉਹ ਕਰ ਲਿਆ। ਕਿਸੇ ਨੇ ਇਹ ਦੱਸਿਆ ਕਿ ਜਦ ਦਾ ਮੈਂ 10 ਸਾਲ ਦਾ ਸੀਗਾ ਮੈਂ ਆਪਣੇ ਲੋਕਾਂ ਵਿੱਚ ਵਿਚਰ ਰਿਹਾ। ਗੁਰਦਾਸਪੁਰ ਦੇ ਲੋਕਾਂ ਦੀ ਮੈਂ ਸੇਵਾ ਕੀਤੀ ਹੈ। ਅੱਜ ਮੈਂ 27 ਸਾਲਾਂ ਦਾ ਹੋ ਗਿਆ। 17 years I have been serving the people। ਕਿਸੇ ਨੇ ਇਹ ਸ਼ੋਅ ਕੀਤਾ ਕਿ ਸਰਦਾਰ ਫਤਿਹ ਜੰਗ ਸਿੰਘ ਜੀ ਬਾਜਵਾ ਨੇ ਆਪਣੇ ਮਾਪਿਓ ਦੇ ਨਾਂ ਤੇ ਇੱਕ NGO ਬਣਾਈ ਹੈ ਗੁਰਦਾਸਪੁਰ ਚ, ਸਤਬਚਨ NGO ਦੇ ਨਾਂ ਤੇ। ਉਹ ਪੂਰੇ 5 ਸਾਲ ਹੋ ਗਏ ਉਹਨੂੰ। ਕਰੋਨਾ ਦੇ ਪੈਂਡੈਮਿਕ ਦੇ ਡਿਊਰਿੰਗ we have 5 ambulances running over there serving the people. We have distributed so much medical COVID kits, everything from our own pockets. ਕਿਸੇ ਨੇ ਇਹ ਦੱਸਿਆ why only negative propaganda? Why is everybody looking at the cons? ਕਿੱਥੇ ਪਹੁੰਚ ਗਈ ਹੈ ਸਾਡੀ ਲੀਡਰਸ਼ਿਪ? ਕਿੱਥੇ ਪਹੁੰਚ ਗਈ ਹੈ ਸਾਡੇ ਲੀਡਰਾਂ ਦੀ ਕ੍ਰੈਡੀਬਿਲਿਟੀ? ਮੈਂ ਕਹਿੰਦਾ ਉਮਰ 'ਚ ਇੰਨੇ ਵੱਡੇ ਹੋ ਗਏ ਸਾਰੇ ਤੁਸੀਂ ਤੇ ਇੰਨੀ ਜੀ ਸੋਚ ਲੈ ਕੇ ਫਿਰਦੇ ਹੋ। ਸ਼ਰਮ ਆਉਣੀ ਚਾਹੀਦੀ ਹੈ ਆਪਾਂ ਸਾਰਿਆਂ ਨੂੰ ਕਿਸੇ ਦੀ ਸ਼ਹਾਦਤ ਤੇ ਇਹੋ ਜੀ ਰਾਜਨੀਤੀ ਕਰਦੇ ਹੋਏ। Also, I would like to make it very clear that I am not the only one who is claiming this job or who has a right. There are 1300 people, 1300 ਲੋਕੀ already Punjab government services ਦੇ ਵਿੱਚ recruited ਨੇ on the basis of compassionate ground. ਕਿਸੇ ਨੇ ਉਹਨਾਂ ਦੀ ਜਾਂਚ ਕੀਤੀ ਹੈ ਅੱਜ ਤੱਕ? ਮੈਂ ਕਹਿੰਦਾ ਤੁਹਾਡੇ ਮੀਡੀਆ ਦਾ ਸਾਰੇ ਭਰਾਵਾਂ ਦਾ ਹੱਕ ਹੈ, ਤੁਸੀਂ ਜਾ ਕੇ ਮੈਂ ਕਹਿੰਦਾ ਉਹਨਾਂ ਦੀ ਡਿਗਰੀਆਂ ਹੀ ਇੱਕ ਵਾਰੀ ਚੈੱਕ ਕਰ ਲਓ ਸਾਰਿਆਂ ਦੀ। ਇਜ਼ ਇਟ ਲੈਜਿਟ? ਮੈਂ ਕਹਿੰਦਾ IG SSP ਦੇ ਲੈਵਲ ਦੇ ਬੰਦੇ ਬੈਠੇ ਹੋਏ ਨੇ, ਕਿਸੇ ਨੇ ਅੱਜ ਤੱਕ ਸਵਾਲ ਕੀਤਾ ਉਹਨਾਂ ਨੂੰ? ਬਾਜਵਾ ਨੂੰ ਕੁਝ ਮਿਲ ਗਿਆ ਤੇ ਸਾਰਿਆਂ ਨੂੰ ਇਦਾਂ ਕੀੜੀਆਂ ਲੜਦੀਆਂ। ਸੋ ਇਟ ਇਜ਼ ਵੈਰੀ ਰੋਂਗ, ਵੈਰੀ ਅਨਫੋਰਚੂਨੇਟ that we have to see this day, but also we have been quiet for some time, so that is why I am clearing all points so that nobody has any doubt ਕਿ ਜੀ ਆਪਾਂ ਜੋ ਕਰਦੇ ਆ ਆਪਣੇ ਪਿਓ ਦੀ ਹੱਕ ਦੀ ਕਮਾਈ ਤੇ ਕਰਦੇ ਆ। ਜਿਹੜਾ ਬੰਦਾ ਮੇਰੀ ਉਮਰ 'ਚ ਜੇ ਕਿਸੇ ਦਾ ਫਾਦਰ ਉਹ ਤੋਂ ਖੋਲਿਆ ਜਾਏ ਤੇ ਪਰਿਵਾਰ ਉੱਥੇ ਹੀ ਸਿਮਟ ਜਾਂਦਾ। ਬੰਦੇ 'ਚ ਵਿਲ ਪਾਵਰ ਹੋਣੀ ਚਾਹੀਦੀ ਹੈ। He made a standing for himself today. He made a name in society. Is it his fault? Is it my fault that coincidentally I am from a well-to-do family and also I fall under this category? ਲੋਕਾਂ ਗੱਲਾਂ ਕਰਨੀਆਂ ਬਹੁਤ ਆਸਾਨ ਨੇ। ਜੇ ਫਤਿਹ ਬਾਜਵਾ ਨੇ ਕੁਝ ਕੀਤਾ ਆਪਣੇ ਦਮ ਤੇ ਕੀਤਾ, ਕਿਸੇ ਦੀ ਸ਼ੈ ਅੰਡਰ ਨਹੀਂ ਕੀਤਾ। So I want to make it very clear that these petty politics is very very unfortunate in today's date. ਇੱਕ ਹੋਰ ਗੱਲ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਪੁਲਿਸ ਦੀ ਜਿਹੜੀ ਨੌਕਰੀ ਹੁੰਦੀ ਹੈ, ਜਿੱਦਾਂ ਮੈਂ ਕਿਹਾ ਕਿ ਕੋਈ ਐਸ਼ੋ ਆਰਾਮ ਦੀ ਨੌਕਰੀ ਤਾਂ ਹੈਗੀ ਨਹੀਂ। You have to work hard, you have to fight crime, you have to risk your life every day. ਤੇ ਮੈਂ ਮੀਡੀਆ ਭਰਾਵਾਂ ਨੂੰ ਵੀ ਇੱਕ ਗੱਲ ਪੁੱਛਣਾ ਚਾਹੁੰਦਾ ਕਿ ਮੈਂ 4 ਦਿਨਾਂ ਦੇ ਟੀਵੀ ਤੇ ਇੱਕ ਤਾਂ ਮੇਰੀ ਕਵਰੇਜ ਚੱਲਦੀ ਪਈ ਹੈ ਤੇ ਦੂਜੀ ਇੱਕ ਗੈਂਗਸਟਰ ਜੈਪਾਲ ਭੁੱਲਰ ਦੀ ਚੱਲਦੀ ਪਈ ਹੈ। ਹਾਈ ਕੋਰਟ ਨੇ ਇਹ ਫੈਸਲਾ ਕਰਤਾ ਜੀ, ਉਹਦਾ ਪੋਸਟਮਾਰਟਮ ਹੋ ਰਿਹਾ ਹੈ, ਉਹਦੇ ਇਹ ਰਿਸ਼ਤੇਦਾਰ ਨੇ, ਉਹ ਇਹ ਕਰਦਾ ਸੀਗਾ, ਇਹ ਉਹਦਾ ਘਰ ਆ, ਸਾਰਾ ਕੁਝ ਫੁੱਲ ਕਵਰੇਜ ਟੂ ਹਿਮ। ਜਿਹੜੇ 2 ASI ਵੀਰ ਸ਼ਹੀਦ ਹੋਏ, ਕਿਸੇ ਨੇ ਉਹਨਾਂ ਬਾਰੇ ਗੱਲ ਕੀਤੀ? ਤੁਸੀਂ 2 ਘੰਟੇ ਵੀ ਉਹਨਾਂ ਦੇ ਘਰ ਦੇ ਬਾਹਰ ਲਾਏ, ਕਿਸੇ ਨੇ ਉਹਨਾਂ ਨੂੰ ਕਵਰ ਕੀਤਾ? ਸੋ ਵਾਟ ਪ੍ਰੈਸੀਡੈਂਟ ਆ ਵੀ ਸੈਟਿੰਗ? ਆਪਾਂ ਕੀ ਯੂਥ 'ਚ ਮੈਸੇਜ ਦੇਣਾ ਚਾਹੁੰਦੇ ਆ ਕਿ ਜੇ ਤੁਸੀਂ ਗੈਂਗਸਟਰ ਬਣੋਗੇ ਤਾਂ ਹਾਂ ਤੁਹਾਡੀ ਵਾਹ ਤੁਹਾਡੀ ਫਿਲਮ ਚੱਲੂਗੀ ਟੀਵੀ ਤੇ ਜੇ ਤੁਸੀਂ ਸ਼ਹੀਦ ਹੁੰਦੇ ਹੋ ਤਾਂ ਇਹ ਤੁਹਾਨੂੰ ਰਿਟਰਨ ਮਿਲਦੀ ਹੈ ਉਹਦੀ? ਨਹੀਂ ਉਹ ਵੀ ਦਿਖਾਇਆ ਸੀ। Can I will answer all your questions. I will answer all your questions. ਤੁਸੀਂ ਪਤਾ ਨਹੀਂ ਕਿਹੜਾ ਚੈਨਲ ਦੇਖ ਰਹੇ ਹੋਗੇ, ਬਟ there are many channels. We will answer all your questions, sir. So ਇਹੀ ਮੈਂ ਕਹਿਣਾ ਚਾਹੁੰਦਾ ਕਿ ਇੱਕ ਇਹ ਜੌਬ ਹੁੰਦੀ ਹੈ ਸੈਕਰੀਫਾਈਸ ਦੀ। ਲੋਕਾਂ ਨੇ ਅੱਗੇ ਮੌਕੇ ਦਿੱਤੇ ਹੈ। ਅਰਜੁਨ ਬਾਜਵਾ ਅੱਗੇ ਵੀ ਲੋਕਾਂ ਦੀ ਸੇਵਾ ਕਰਦਾ ਹੈ, ਕਰਦਾ ਰਹੂਗਾ। Until my last breath, I will work for the people of Punjab in whatever way I can.
ਮੈਂ ਤਾਂ ਫਿਲਮਾਂ 'ਚ ਕੰਮ ਕਰਦਾ ਸੀ, ਮੇਰੀ ਤਾਂ ਫਿਲਮ ਔਨ ਰਿਲੀਜ਼ ਹੈ। ਸੋ ਮੈਂ ਕਿੱਥੇ ਰੀਅਲ ਲਾਈਫ ਹੀਰੋ ਬਣਨ ਲੱਗਿਆ ਸੀ, ਇੱਥੇ ਮੈਨੂੰ ਰੀਅਲ ਲਾਈਫ ਵਿਲਨ ਬਣਾਤਾ ਤੁਸੀਂ ਸਾਰਿਆਂ ਨੇ, without knowing any facts. I am sorry if I am offending anybody, but there is a lot that has been said by all news channels about me, my credibility, my father's credibility, and nepotism and everything. So I am just here answering all your questions with due respect. No, एक second. Last point. Last point यही है. I just want to make it clear that I feel that today my grandfather would be proud of me, and I am honored that I belong to this family and this bloodline, and I honor his sacrifice. I salute him, and I will continue to carry on his legacy with my head held high. ਮੈਨੂੰ ਕਿਸੇ ਤੋਂ ਕੋਈ ਡਰ ਦੀ ਲੋੜ ਨਹੀਂ। ਸੋ ਬਸ ਇੰਨਾ ਹੀ ਕਹਿੰਦੇ ਹੋਏ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੇ ਆਪਾਂ ਇਸ ਤੋਂ ਬਾਅਦ ਕਵਰ ਮੇਰੇ ਵੱਡੇ ਵੀ ਕੁਝ ਕਹਿਣਗੇ, ਬਾਜਵਾ ਸਾਹਿਬ ਕਹਿਣਗੇ, ਉਸ ਤੋਂ ਬਾਅਦ ਵੀ ਟੇਕ ਯੂ ਕੁਐਸਚਨ। ਸੌਰੀ ਥੋੜਾ ਆਪਾਂ ਤੁਹਾਡਾ ਨਾਲ ਹੀ ਦੱਸ ਦਿਓ ਤੁਹਾਡੀਆਂ ਭਾਵਨਾਵਾਂ ਤੇ ਇਹ ਕਦਰ ਕਰਦੇ ਆ ਤੇ ਠੀਕ ਹੈ ਮੀਡੀਆ ਨੂੰ ਮਰਦੇ ਅਸੀਂ ਤੁਸੀਂ ਇਕੱਠੇ ਲੈ ਲਈਏ ਕੁਐਸਚਨ। ਪਰ ਮੇਰਾ ਮਤਲਬ ਕਿ ਪਾਰਟੀ ਦਾ ਤੁਹਾਡਾ ਪ੍ਰਧਾਨ ਸੁਨੀਲ ਜਾਖੜ, 5 ਮੰਤਰੀ, ਕਈ ਵਿਧਾਇਕ ਜਿਹੜੇ ਸਰ ਇਹ ਕੁਐਸਚਨ ਆਪਾਂ ਆਨਸਰ ਕਰਾਂਗੇ ਬਾਜਵਾ ਸਾਹਿਬ ਕੋਲ ਹੈਗਾ answer। ਸਰ ਜਿੱਥੇ ਤੁਸੀਂ ਇੰਨੀ ਸੁਣ ਲਓ, ਤਾਂ ਹੀ ਕਹਿ ਰਿਹਾ, ਸੁਣ ਲਓ। ਜਿੱਥੇ ਤੁਸੀਂ ਇੰਨੀ ਪੇਸ਼ੈਂਸ ਨਾਲ ਲੈਂਦੇ ਬੈਠੇ ਹੋ, ਸਾਡਾ ਤਾਂ ਬਹੁਤ ਬਹੁਤ ਧੰਨਵਾਦ। ਇੱਥੇ ਹਾਲ ਥੋੜੀ ਜਿਹੀ ਹੋਰ ਵੇਟ ਕਰੋ, ਆਪਾਂ ਆਪਣਾ ਸਟੈਂਡ ਕਲੀਅਰ ਕਰ ਦਈਏ। ਸਾਡੇ ਉੱਤੇ ਬਹੁਤ ਐਕੂਜ਼ੇਸ਼ਨਸ ਲੱਗੀਆਂ ਹੈ, ਮਡ ਸਲਿੰਗਿੰਗ ਬਹੁਤ ਹੋਈ ਹੈ। ਥੋੜਾ ਜਿਹਾ ਪੇਸ਼ੈਂਸ ਰੱਖੋ, ਸਾਰੇ ਕੁਐਸਚਨਸ ਦੇ ਆਨਸਰ ਦੇਵਾਂਗੇ। ਜਿੱਦਾਂ ਪਹਿਲੇ ਨਹੀਂ ਭੱਜੇ ਸੀ, ਅੱਜ ਵੀ ਨਹੀਂ ਭੱਜੇ। बीच में थोड़ी हिंदी भी यूज कर लेना सर जी, हाँ जी, थोड़ा हिंदी भी करेंगे आपके लिए, इंग्लिश भी करेंगे, सब करेंगे। सर मेरे भाई ने, मेरे भरा ने ग्रैंड पेरेंट्स की गल की थी। मैं उन्होंने बंदियां नूं आंसर देना चाहता है ਜਿਹੜੇ ਕਹਿੰਦੇ ਕਿ ਇਹ ਤੇ ਜੰਮੇ ਹੀ ਨਹੀਂ ਸੀ ਜੀ ਉਸ ਟਾਈਮ, ਇਹ ਕਿੱਦਾਂ ਕਲੇਮ ਕਰ ਸਕਦੇ। ਜਿਹੜਾ ਤੁਸੀਂ ਸਾਰੇ ਮੇਰੇ ਰਿਪੋਰਟਰ ਵੀਰ ਭੈਣ ਭਰਾ ਬੈਠੇ ਨੇ, ਸਾਰਿਆਂ ਦੇ ਕਿਸੇ ਦੇ ਬੱਚੇ ਹੋਣੇ ਆ, ਤੁਹਾਡੇ ਤੋਂ ਜ਼ਿਆਦਾ ਪਿਆਰ ਤੁਹਾਡੇ ਗ੍ਰੈਂਡ ਪੇਰੈਂਟਸ ਤੁਹਾਡੇ ਬੱਚਿਆਂ ਨਾਲ ਕਰਦੇ ਹੋਣੇ। ਉਹ ਪਿਆਰ ਸਾਡੇ 2 ਭਰਾਵਾਂ ਨੂੰ, ਮੇਰੀ ਸਿਸਟਰ ਨੂੰ ਵੇਖਣ ਨੂੰ ਨਹੀਂ ਮਿਲਿਆ। ਇਸ ਗੱਲ ਦੀ ਮੀਡੀਆ ਵਾਲਿਆਂ ਨੂੰ ਕਦਰ ਕਰਨੀ ਚਾਹੀਦੀ। ਲੋਕ ਕਹਿੰਦੇ ਨੇ, ਅੱਜ ਲੋਕ ਕਹਿੰਦੇ ਨੇ ਕਿ ਦੇਖੋ ਮੈਨੂੰ ਕਿਉਂ ਨਹੀਂ ਜੌਬ ਮਿਲੀ ਹੈ। ਹਰ ਬੱਚਾ ਕਹਿੰਦਾ ਹੈ ਇਹ ਜੌਬ ਤਾਂ ਮੈਨੂੰ ਮਿਲਣੀ ਚਾਹੀਦੀ ਸੀ। ਬੜਾ ਸਿੰਪਲ ਕੁਐਸਚਨ ਮੇਰੇ ਸਾਰਿਆਂ ਨੂੰ, ਜਦੋਂ ਸਾਡੇ ਦਾਰਜੀ ਦੀ ਸ਼ਹਾਦਤ ਹੋਈ, ਕਿਸੇ ਨੇ ਕਿਹਾ ਕਿ ਇਹਦੇ ਦਾਰਜੀ ਕਿਉਂ, ਮੇਰੇ ਦਾਰਜੀ ਕਿਉਂ ਨਹੀਂ। ਜਦੋਂ ਮੇਰੇ ਵੱਡੇ ਤਾਇਆ ਜੀ ਬ੍ਰਿਗੇਡੀਅਰ ਮਹਿੰਦਰਪਾਲ ਸਿੰਘ ਬਾਜਵਾ ਟਾਈਗਰ ਹਿੱਲ ਤੇ ਪਾਕਿਸਤਾਨ ਦੀ ਗੋਲੀਆਂ ਦਾ ਸਾਹਮਣਾ ਕਰ ਰਹੇ ਸੀ, ਕਿਸੇ ਨੇ ਕਿਹਾ ਇਹਨਾਂ ਦੇ ਤਾਇਆ ਜੀ ਕਿਉਂ, ਮੇਰੇ ਤਾਇਆ ਜੀ ਕਿਉਂ ਨਹੀਂ। ਮੇਰੇ ਤਾਇਆ ਜੀ ਪ੍ਰਤਾਪ ਸਿੰਘ ਜੀ ਬਾਜਵਾ, ਮੇਰੇ ਫਾਦਰ ਫਤਿਹ ਜੰਗ ਸਿੰਘ ਜੀ ਬਾਜਵਾ ਯੋਧੇ, ਜਦੋਂ ਪਰ ਉਹ ਜਿਹੜੇ ਅੰਧੇਰਿਆਂ ਤੋਂ गुजरता है वो किसी नू वो कोई नहीं देखना चाहता। आपके लिए सर हिंदी में कोट, हीरा हर कोई बनना चाहता है पर कटना कोई नहीं चाहता। सो साडे लीडरां ने क्या, कोलीग्स ने क्या कि ये ते जॉब देने वाले ने, ते रोल मॉडल्स ने, इन्हां नू ते एग्जाम्पल सैट करना चाहिए। बिल्कुल सैट कर रहे हैं। अज सानू कवर किया गया इत्थे करोड़पति ने जी, लखां ने काके ने सो कॉल्ड है जट्टा दे, ते जदों अगर इन्ना करोड़पति सो कॉल्ड मुंडा पुलिस की सेवा कर सकता है तो वो एक एग्जाम्पल सैट करना नहीं है सोसाइटी की। अगर बंदा कोई सर्व करना चाहता है, असी NGO भी रन करते हैं, असी पॉलिटिक्स भी थ्रू लोगों को सर्व करते हैं, हुण पुलिस के थ्रू लोगों को सर्व करना चाहते हैं। तो ये हर्ज की है, इन्नी रिग्रेसिव थिंकिंग क्यों है। मेरे ब्रदर ने महात्मा गांधी जी की गल की थी, असी फादर ऑफ द नेशन महात्मा गांधी जी को सलूटा दे मार देने। एक कोट याद दिलाना चाहना महात्मा गांधी जी का, be the change that you want to see tomorrow. So if we are being the change that we want to see tomorrow, my father will emphasize on that. But आज आप एक precedent set कर रहे हैं दूसरे लिए, ते वो सारे नु follow suit करना चाहिए। मैं अपने मीडिया के भरावां नु भी बेनती करांगा, जिद्दां सानू कवरेज तुसीं दित्ती है, साडे ते मड स्लिंगिंग हुई है, जिन्ना ने नेपोटिज्म कीता है, आप एक precedent set करिए। We are not against this, we are for this. Okay fine, let's move together. If we want to walk fast, we can walk alone. But if we want to walk far, we should walk together. सानू सारिਆਂ ਨੂੰ ਇਸ ਲੜਾਈ ਦੇ ਵਿੱਚ ਇਕੱਠੇ ਚੱਲਣਾ ਚਾਹੀਦਾ ਹੈ। ਲੋਕੀ ਕਹਿੰਦੇ, ਮੈਂ ਕਮੈਂਟਸ ਪੜ੍ਹ ਰਿਹਾ ਸੀ ਲੋਕਾਂ ਦੇ ਕਿ ਜੀ ਇਹਨਾਂ ਨੇ ਕਿਹੜੀ ਖੁਸ਼ੀ-ਖੁਸ਼ੀ ਜੌਬ ਵਾਪਸ ਕੀਤੀ ਹੈ, ਇਹ ਤੇ ਮਜਬੂਰੀ 'ਚ ਦਿੱਤੀ ਹੈ। ਮੇਰੇ ਦੋਸਤ, ਇਹ ਸਾਰਿਆਂ ਲਈ
खुशी इस बात पे निर्भर करती है कि तुम क्या दे सकते हो, इस बात पे नहीं कि तुम क्या पा सकते हो। ਤੇ ਮੈਂ ਤੁਹਾਨੂੰ ਇਹ ਦੱਸਣਾ ਚਾਹਨਾ ਹੈ ਕਿ ਅਗਰ ਥੋੜੇ ਜਿਹੇ ਆਪਾਂ 1000 ਰੁਪਏ ਕੋਈ ਤਨਖਾਹ ਹੋਣੀ ਹੈ ਇੱਕ ਇੰਸਪੈਕਟਰ ਦੀ, ਅਗਰ ਆਪਾਂ ਸੋ ਕਾਲਡ ਕਰੋੜਾਂ ਦੀ ਜਾਇਦਾਦ ਨੂੰ ਥੋੜੇ 1000 ਰੁਪਏ ਜੋੜ ਲੈਂਦੇ, ਸਾਡਾ ਕਿਹੜਾ ਕੋਈ ਸਵਿਸ ਬੈਂਕ 'ਚ ਅਕਾਊਂਟ ਖੁੱਲ ਜਾਣਾ ਸੀ? ਕਿੰਨਾ ਕੁ ਫਾਈਨੈਂਸ਼ੀਅਲ ਗੇਨ ਹੋ ਜਾਣਾ ਸੀ ਸਾਨੂੰ? ਕੀ ਹੁਣ ਆਪਾਂ ਇੱਕ ਅਮੀਰ ਬੰਦੇ ਦੀ ਤੇ ਇੱਕ ਗਰੀਬ ਬੰਦੇ ਦੀ ਲਾਈਫ ਦੇ ਵਿੱਚ ਕੋਈ ਡਿਫਰੈਂਸ ਹੁੰਦਾ ਹੈ? ਕੋਈ ਅੰਤਰ ਹੈਗਾ, ਕੋਈ ਸਕੇਲ ਹੈਗਾ ਜਿਹਦਾ ਆਪਾਂ ਕਰ ਸਕਦੇ ਕਿ ਨਹੀਂ ਜੀ ਅਮੀਰ ਬੰਦੇ ਦੀ ਵੈਲਿਊ ਜ਼ਿਆਦਾ ਹੈ ਲਾਈਫ ਦੀ ਤੇ ਗਰੀਬ ਬੰਦੇ ਦੀ ਘੱਟ ਹੈ, ਜਾਂ ਗਰੀਬ ਬੰਦੇ ਦੀ ਜ਼ਿਆਦਾ ਤੇ ਅਮੀਰ ਬੰਦੇ ਦੀ ਘੱਟ ਹੈ? ਕੀ ਇੱਕ ਪੁਲਿਸ ਵਾਲਾ, ਕੀ ਇੱਕ ਆਰਮੀ ਵਾਲਾ ਸਰਹੱਦਾਂ ਤੇ ਖੜਿਆ ਟੈਰਰਿਸਟਾਂ ਦੀ ਗੋਲੀਆਂ ਖਾਂਦਾ ਹੋਇਆ, ਦੁਸ਼ਮਣਾਂ ਦਾ ਸਾਹਮਣਾ ਕਰਦਾ ਹੋਇਆ ਆਪਣੇ ਸੀਏ ਨੂੰ ਫੋਨ ਕਰੇ ਕਿ ਭਰਾ ਮੇਰੀ ਆਈਟੀਆਰ ਸਟੇਟਮੈਂਟ ਦੀ ਵੈਲਿਊ ਦੱਸੀ ਕਿ ਕਿਤੇ ਮੇਰੀ ਟੈਕਸ ਰਿਟਰਨ ਜ਼ਿਆਦਾ ਤੇ ਨਹੀਂ ਹੈਗੀ, ਕੱਲ ਨੂੰ ਮੇਰੇ ਤੇ ਕੁਐਸਚਨ ਮਾਰਕ ਖੜ ਜਾਣ ਮੇਰੇ ਮੁੰਡੇ ਤੇ ਕੁੜੀਆਂ ਤੇ, ਕਿ ਕੱਲ ਨੂੰ ਇਹਨਾਂ ਨੂੰ ਜੌਬ ਮਿਲੇ, ਲੋਕੀ ਕਹਿੰਦੇ ਉਹ ਇਹ ਤੇ ਬੜੇ ਵੈਲ ਆਫ ਨੇ, ਇਹਨਾਂ ਨੂੰ ਕੀ ਲੋੜ ਹੈ ਜੌਬ ਦੀ? ਗੱਲ ਜਜ਼ਬੇ ਦੀ ਹੈ ਤੇ ਆਪਾਂ ਫਕਰ ਕਰਦੇ ਉਸ ਜਜ਼ਬੇ ਤੇ, ਸਰਦਾਰ ਸਤਨਾਮ ਸਿੰਘ ਜੀ ਬਾਜਵਾ ਦੇ ਜਜ਼ਬੇ ਤੇ, ਪਰ ਸ਼ਰਮ ਉਸ ਗੰਦੀ ਲੋ ਮਾਈਂਡਡ ਨੈਰੋ ਥਿੰਕਿੰਗ ਸ਼ੈਲੋ ਰਾਜਨੀਤੀ ਤੇ। ਇਟਸ ਸੈਡ ਟੂ ਸੀ, ਜਿੱਦਾਂ ਅਰਜੁਨ ਨੇ ਕਿਹਾ, ਅੱਜ ਦੇ ਗੈਂਗਸਟਰਸ ਦੇ ਉੱਤੇ ਬਹੁਤਿਆਂ ਨੇ ਕਵਰੇਜ ਕੀਤੀ ਪਰ ਸਾਡੇ ਏਐਸਆਈ ਭਰਾਵਾਂ ਦੇ ਉੱਤੇ ਬਹੁਤ ਘੱਟ ਬੰਦਿਆਂ ਨੇ ਕੀਤੀ। ਕੀ ਪਤਾ ਇਹ ਵੀ ਹੋ ਜਾਏ ਉਦੋਂ ਵਿੱਚੋਂ ਇੱਕ ਹੁੰਦਾ, ਕੀ ਪਤਾ ਸਾਡਾ ਅਗਰ ਸ਼ਹੀਦਾਂ ਦਾ ਪਰਿਵਾਰ ਹੈ, ਕੀ ਪਤਾ ਇਹਦਾ ਵੀ ਕਿਤੇ ਫੀਲਡ ਡਿਊਟੀ ਲੱਗਦੀ ਤੇ ਖੁਦਾ ਨਾ ਖਾਸਤਾ ਇਹਨੂੰ ਵੀ ਕਿਤੇ ਸਾਹਮਣਾ ਕਰਨਾ ਪੈਂਦਾ। ਕਿਸ ਨੇ ਫੋਰਕਾਸਟ ਕੀਤਾ ਸੀ? ਅਸੀਂ ਪਹਿਲਾਂ ਹੀ ਕਹਿਤਾ ਜੀ ਇਹਨੇ ਤੇ ਏਸੀ ਦਫ਼ਤਰ 'ਚ ਬੈਠਣਾ। ਸੋ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਸਿੰਪਲ ਕੁਐਸਚਨ ਪੁੱਛਦਾ, ਇਫ ਯੂ ਸੈਡ ਕਿ ਜੀ ਇਹਨਾਂ ਨੂੰ ਨੌਕਰੀ ਬਹੁਤ ਪਿਆਰੀ ਹੈ ਜੀ, ਇਹ ਤੇ ਛੱਡਦੇ ਹੀ ਨਹੀਂ ਕੁਛ ਹੈ, ਮੈਂ ਤੁਹਾਨੂੰ ਇੱਕ ਆਪਸ਼ਨ ਦਿੰਦਾ ਸਾਰਿਆਂ ਨੂੰ, ਗੋਡ ਗਿਵਸ ਯੂ ਅ ਚੋਇਸ, ਤੁਹਾਨੂੰ ਰੱਬ ਇੱਕ ਚੋਇਸ ਦਿੰਦਾ ਹੈ, ਜਾਂ ਆਪਣੇ ਇੱਕ ਪਰਿਵਾਰਿਕ ਮੈਂਬਰ ਦੀ ਜ਼ਿੰਦਗੀ ਬਚਾ ਲਓ ਜਾਂ ਇੱਕ ਜੌਬ ਲੈ ਲਓ। ਤੁਸੀਂ ਕੀ ਚੂਜ਼ ਕਰੋਗੇ? ਜੋ ਤੁਹਾਡੇ ਸਾਰਿਆਂ ਦਾ ਆਨਸਰ ਹੈ ਨਾ, ਉਹ ਮੇਰਾ ਆਨਸਰ ਹੈ। ਕੋਈ ਜੌਬ ਇਦਾਂ ਨਹੀਂ ਚੂਜ਼ ਕਰਦਾ। ਸਾਰਿਆਂ ਨੂੰ ਸਾਡਾ 10 ਪੀੜ੍ਹੀਆਂ, ਆਪਾਂ 10 ਸਾਲ 15 ਸਾਲ ਰਾਜਨੀਤੀ 'ਚ ਪਿੱਛੇ ਚਲੇ ਗਏ। ਸਾਡਾ ਪਰਿਵਾਰ ਫਾਈਨੈਂਸ਼ੀਅਲੀ, ਪੋਲੀਟੀਕਲੀ, ਸੋਸ਼ੀਓ ਇਕਨੋਮਿਕਲੀ, ਐਵਰੀ ਵੇ ਆਰ ਫੈਮਿਲੀ ਵਾਸ ਪੁਸ਼ਡ ਬੈਕ। ਸੋ ਪਲੀਜ਼ ਵਾਚ ਯੋਰ ਵਰਡਸ। ਆਫਟਰ ਜਦੋਂ ਮੈਂ, ਮੇਰਾ ਬ੍ਰਦਰ, ਮੇਰੇ ਫਾਦਰ, ਮੇਰੀ ਸਿਸਟਰ, ਮੇਰੇ ਮਦਰ, ਅਸੀਂ 5 ਜਾਣੇ ਇਕੱਠੇ ਬੈਠੇ, ਅਸੀਂ ਇਹ ਫੈਸਲਾ ਕੀਤਾ ਕਿ ਅਗਰ ਸਾਨੂੰ ਆਪਣੇ ਅੱਜ ਦਾ ਸੈਕਰੀਫਾਈਸ, ਅੱਜ ਦਾ ਤਿਆਗ ਕਰਨਾ ਪੈਣਾ ਬੱਚਿਆਂ ਦੇ ਕੱਲ ਦੀ ਖੁਸ਼ੀ ਲਈ, ਤੇ ਆਪਾਂ ਤੇ ਜਾਨਾਂ ਦੇਣ ਵਾਲੇ ਬੰਦੇ ਆ। ਜੌਬ ਤੇ ਲੱਖ ਵਾਰ ਦੇਵਾਂਗੇ ਜਾਂ ਲੱਖ ਵਾਰ ਇਹੋ ਜੀ ਜੌਬ ਆਪਾਂ ਛੱਡ ਦਾਂਗੇ। ਤੇ ਅਰਜੁਨ ਨੂੰ ਵੀ ਮੈਂ ਇਹ ਗੱਲ ਕਹੀ ਹੈ, ਮੈਂ ਕਿਹਾ ਹੌਸਲਾ ਨਹੀਂ ਹਾਰਦਾ, ਕਿਉਂਕਿ ਕੱਲੀ ਪੁਲਿਸ ਹੀ ਨਹੀਂ ਹੈ ਸਰਵਿਸ ਕਰਨ ਲਈ ਲੋਕਾਂ ਦੀ, ਬਹੁਤ ਹੋਰ ਐਵੇਨਿਊਜ਼ ਨੇ। ਤੇ ਕਦੇ ਕਦੇ ਜਦੋਂ ਮਿਹਨਤ ਤੋਂ ਬਾਅਦ ਫਲ ਨਹੀਂ ਮਿਲਦਾ ਤੇ ਰਾਸਤੇ ਬਦਲਨੇ ਚਾਹੀਦੇ, ਸਿਧਾਂਤ ਨਹੀਂ ਬਦਲਨੇ ਚਾਹੀਦੇ ਆਪਣੇ, ਕਿਉਂਕਿ ਪੇੜ ਵੀ ਪੱਤੇ ਛੱਡਦੇ ਨੇ, ਜੜ੍ਹਾਂ ਨਹੀਂ ਛੱਡਦੀਆਂ। ਸੋ ਮੈਂ ਸਾਰਿਆਂ ਨੂੰ ਇਹੀ, ਜਿੱਦਾਂ ਪਹਿਲਾਂ ਅਪੀਲ ਕੀਤੀ ਸੀ, ਜੇ ਸਾਡੇ ਉੱਤੇ ਕੋਈ ਇੱਕ ਉਂਗਲ ਇੱਦਾਂ ਚੱਕਦਾ ਹੈ ਨਾ, ਤੇ 3 ਉਂਗਲਾਂ ਉਹਦੇ ਤੇ ਵੀ ਹੁੰਦੀਆਂ। ਤੇ ਇੱਕ ਵਾਰ ਜਿਹੜਾ ਇਹ ਸੋਚਦੇ ਸੀ ਕਿ ਜੀ ਇਹ ਤੇ ਇੰਨੀ ਦੇਰ ਲਈ ਚੁੱਪ ਬੈਠੇ ਨੇ, ਕੋਈ ਇਹਨਾਂ ਤੇ ਪ੍ਰੈਸ਼ਰ ਹੈ, ਇਹਨਾਂ ਨੂੰ ਤੇ ਧੱਕੇ ਨਾਲ ਛਡਵਾਈ ਗਈ ਹੈ, ਇਹਦਾ ਜਿਹੜਾ ਸਾਰਾ ਜਵਾਬ ਬਾਜਵਾ ਸਾਹਿਬ ਦੇਣਗੇ। ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਜਿੱਦਾਂ ਅਰਜੁਨ ਨੇ ਕਿਹਾ ਕਿ ਜੇ ਮੇਰਾ ਅਗਲੇ ਜਨਮ 'ਚ ਵੀ ਬਰਥ ਹੁੰਦਾ ਹੈ ਤੇ ਮੈਂ ਚਾਹਾਂਗਾ ਕਿ ਮੈਂ ਸਰਦਾਰ ਸਤਨਾਮ ਸਿੰਘ ਬਾਜਵਾ ਦਾ ਗ੍ਰੈਂਡਸਨ ਬਣਾ। ਸਾਰਿਆਂ ਨੂੰ ਪਹਿਲੇ ਤਾਂ ਮੈਂ ਸਾਰੇ ਭਰਾਵਾਂ ਦਾ ਔਰ ਖਾਸ ਕਰਕੇ ਜਿਹੜੇ ਕੋਲੀਗਸ ਨੇ, ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਬਹੁਤ ਧੰਨਵਾਦੀ ਹਾਂ, ਮੁੱਖ ਮੰਤਰੀ ਪੰਜਾਬ ਦਾ। ਜਿੱਦਾਂ ਮੇਰੇ ਬੱਚਿਆਂ ਨੇ ਕਿਹਾ ਵੀ ਦੇ ਹੈਵ ਰੈਕਗਨਾਈਜ਼ਡ ਦ ਸਰਵਿਸਿਜ਼, ਦ ਮਾਰਟੀਰਡਮ ਆਫ ਮਾਈ ਫਾਦਰ ਸਰਦਾਰ ਸਤਨਾਮ ਸਿੰਘ ਬਾਜਵਾ। ਦੇਖੋ, ਰਾਜਨੀਤੀ ਕੋਲੀਗਸ ਨਾਲ ਹੋਏ ਤੇ ਸਮਝ ਆਉਂਦੀ ਹੈ, ਰਾਜਨੀਤੀ ਬੱਚਿਆਂ ਨਾਲ ਹੋਏ ਇਹ ਬਹੁਤ ਛੋਟੀ ਗੱਲ। ਅਸੀਂ, ਮੈਂ ਇੱਕ ਛੋਟੀ ਜਿਹੀ ਗੱਲ ਕਹਿਣਾ, ਜਿਸ ਵਕਤ ਪਹਿਲੀ ਗੱਲ ਤੇ ਮੈਂ ਤੁਹਾਨੂੰ ਜਵਾਬ ਦੇਣਾ ਚਾਹੁੰਦਾ ਵੀ ਕੈਬਨਿਟ ਮੀਟਿੰਗ ਤੋਂ ਪਹਿਲੇ ਫਤਿਹ ਜੰਗ ਸਿੰਘ ਬਾਜਵਾ ਨੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਬੇਨਤੀ ਕਰਕੇ ਮੈਸੇਜ ਪਾ ਕੇ ਕਿਹਾ ਵੀ ਇਹਨੂੰ
ਸਾਨੂੰ ਨੌਕਰੀ ਨਹੀਂ ਚਾਹੀਦੀ। ਕਿਰਪਾ ਕਰਕੇ ਇਸ ਏਜੰਡੇ ਨੂੰ ਵਿਡਰਾਅ ਕਰ ਦਿਓ, ਕਿਉਂਕਿ ਕੁਝ ਸ਼ਰਾਰਤੀ ਅੰਸਰ, ਕੁਝ ਸਾਡੇ ਸਾਥੀਆਂ ਨੇ ਇਕੱਠੇ ਹੋ ਕੇ ਇੱਕ ਮਨ ਬਣਾਇਆ ਸੀ ਵੀ ਇਹ ਨੌਕਰੀ ਜਦੋਂ ਕੈਬਨਿਟ ਵਿੱਚ ਆਏਗੀ ਤੇ ਅਸੀਂ ਇਸ ਗੱਲ ਦਾ ਆਬਜੈਕਸ਼ਨ ਕਰਾਂਗੇ। ਕਰ ਲਈ, ਕੋਈ ਗੱਲ ਨਹੀਂ, ਉਹਨਾਂ ਦਾ ਹੱਕ ਬਣਦਾ ਹੈ, ਜੋ ਉਹਨਾਂ ਨੂੰ ਠੀਕ ਲੱਗਾ ਉਹਨਾਂ ਕੀਤਾ। ਰਾਜਨੀਤੀ ਕੀਤੀ ਬੱਚਿਆਂ ਤੇ, ਕਰ ਲਈ, ਕੋਈ ਗੱਲ ਨਹੀਂ। ਪਰ ਸਾਰਿਆਂ ਨੂੰ ਮਾੜੀ ਗੱਲ, ਸਾਰਿਆਂ ਨੂੰ ਪਹਿਲੇ ਮੈਂ ਦੱਸਣਾ ਚਾਹੁੰਦਾ ਵੀ ਪਹਿਲਾ ਟਵੀਟ ਆਇਆ ਸੁਖਬੀਰ ਬਾਦਲ ਜੀ ਦਾ ਵੀ ਇਹ ਤਾਂ ਬਹੁਤ ਧੱਕਾ ਹੋ ਗਿਆ ਜੀ, ਇਹ ਨੈਪੋਟਿਜ਼ਮ ਹੈ, ਇਹ ਇੱਕ ਕਰੋੜਾਪਤੀ ਬੱਚਿਆਂ ਨੂੰ ਨੌਕਰੀ ਦਿੱਤੀ ਗਈ ਹੈ, ਇਹਨਾਂ ਦਾ ਕੀ ਹੱਕ ਸੀ, ਇਹਨਾਂ ਨੂੰ ਕੀ ਲੋੜ ਸੀ। ਨੈਪੋਟਿਜ਼ਮ ਦੀ ਗੱਲ ਤੇ ਮੈਂ ਇੱਕ ਛੋਟੀ ਜਿਹੀ ਗੱਲ ਕਹਿਣਾ, ਮੈਂ ਤੁਹਾਡੇ ਸਾਰਿਆਂ ਦੇ ਥਰੂ ਬੜਾ ਸਤਿਕਾਰ ਕਰਦਾ, ਕਦੀ ਕਿਸੇ ਲਈ ਮਾੜੀ ਗੱਲ ਨਹੀਂ ਕਹੀ। ਸਰਦਾਰ ਸੁਖਬੀਰ ਸਿੰਘ ਜੀ ਬਾਦਲ ਔਰ ਉਹਨਾਂ ਦੇ ਪਰਿਵਾਰ ਦੇ ਨੈਪੋਟਿਜ਼ਮ ਦੀ ਗੱਲ ਕਰਦਾ ਵੀ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ 6 ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ, 5 ਵਾਰ, ਔਰ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਡਿਪਟੀ ਮੁੱਖ ਮੰਤਰੀ ਬਣੇ ਔਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ। ਉਹਨਾਂ ਦੀ ਧਰਮ ਪਤਨੀ ਹਰਸਿਮਰਤ ਕੌਰ ਬਾਦਲ ਜੀ ਯੂਨੀਅਨ ਕੈਬਨਿਟ ਦੇ ਮੰਤਰੀ ਰਹੇ ਨੇ। ਉਹਨਾਂ ਦੇ ਸਾਲਗਰਾਮ ਜੀ ਮਜੀਠਾ ਸਾਹਿਬ ਪੰਜਾਬ ਦੇ ਮਾਲ ਮੰਤਰੀ ਰਹੇ ਨੇ। ਉਹਨਾਂ ਦੇ ਜਵਾਈ ਸਾਹਿਬ ਆਦੇਸ਼ ਪ੍ਰਤਾਪ ਸਿੰਘ ਕੈਰੋ ਜੀ ਪੰਜਾਬ ਦੇ ਫੂਡ ਮੰਤਰੀ ਰਹੇ ਨੇ। ਸਾਰੀ ਅਕਾਲੀ ਦਲ ਦੀ ਕਿਤੇ ਵੀ ਮੈਨੂੰ ਸ਼ਹਾਦਤ ਦੀ ਇੱਕ ਚੀਜ਼ ਦੱਸੋ, ਇੰਨੀ ਕੰਟਰੀਬਿਊਸ਼ਨ ਜ਼ਰੂਰ ਹੈ ਇਹਨਾਂ ਦੀ। ਸਾਡੇ ਕੋਲ ਲਿਸਟ ਹੈਗੀ ਹੈ, ਬੜੀ ਔਖੀ ਜੀ ਇਹ ਲਿਸਟ ਕੱਢੀ ਅਸੀਂ, ਬੜੀ ਰਿਸਰਚ ਤੋਂ ਬਾਅਦ। ਇਹ ਹੈ ਜੀ ਇਹਨਾਂ ਦੀ ਸ਼ਹਾਦਤਾਂ ਦੀ ਲਿਸਟ, ਦੋਨੋਂ ਪਾਰਟੀਆਂ ਦੀ। ਤੇ ਬੜੀ ਰਿਸਰਚ ਤੋਂ ਬਾਅਦ ਗੂਗਲ ਤੇ ਵੀ ਆਪਾਂ ਟਾਈਪ ਕੀਤਾ ਤੇ ਗੂਗਲ ਵੀ ਕਹਿੰਦਾ ਕੋਈ ਚੱਜ ਦਾ ਸਵਾਲ ਪੁੱਛੋ ਯਾਰ, ਇਹ ਕੀ ਪੁੱਛ ਰਹੇ ਹੋ। ਇਹ ਇਹਨਾਂ ਦੀ ਕੰਟਰੀਬਿਊਸ਼ਨ ਹੈ ਦੋਨੋਂ ਪਾਰਟੀਆਂ ਦੀ ਟੁਵਰਡਸ ਦ ਸਟੇਟ ਐਂਡ ਕੰਟਰੀ। ਉਹ ਅਸੀਂ ਬੇਸਿਕਲੀ ਇਹ ਗੱਲ ਕਹਿੰਦੇ ਆ ਵੀ ਕੋਈ ਚੀਜ਼ ਕਹਿਣ ਤੋਂ ਪਹਿਲੇ ਬੰਦੇ ਨੂੰ ਆਪਣੇ ਮੰਜੇ ਥੱਲੇ ਝਾੜੂ ਫੇਰਨਾ ਚਾਹੀਦਾ। ਸਰਦਾਰ ਇਸ ਅਕਾਲੀ ਦਲ ਦੇ, ਮੈਂ ਤੁਹਾਨੂੰ ਦੱਸਣਾ ਚਾਹਨਾ, ਤੁਹਾਨੂੰ ਸ਼ਾਇਦ ਸਾਰਿਆਂ ਨੂੰ ਪਤਾ ਹੋਏਗਾ, ਤੁਸੀਂ ਅੱਗੇ ਵੀ ਕਈ ਵਾਰ ਸੁਣਿਆ ਹੋਊ, ਜਨਰਲ ਡਾਇਰ ਦਾ ਤੁਸੀਂ ਨਾਂ ਸੁਣਿਆ ਹੋਣਾ। ਇਹ ਮਜੀਠਾ ਪਰਿਵਾਰ ਜਨਰਲ ਡਾਇਰ ਨੂੰ ਖਾਣੇ ਤੇ ਬੁਲਾ ਕੇ ਹਰਮੰਦਰ ਸਾਹਿਬ ਤੋਂ ਸਰੋਪਾ ਦਵਾ ਕੇ ਤੇ ਜਲਿਆਂਵਾਲਾ ਬਾਗ ਦਾ ਮੈਸੇਕਰ ਜਦੋਂ ਹੁੰਦਾ ਹੈ, ਇਹ ਬੰਦੇ ਨੇ ਜਿਹੜੇ ਉਹਨਾਂ ਬੰਦਿਆਂ ਦੇ ਨਾਲ ਆਪਣਾ ਤਾਲਮੇਲ ਰੱਖਦੇ ਸੀ। ਇਹਨਾਂ ਨੇ ਕਾਹਦੀਆਂ ਸ਼ਹਾਦਤਾਂ ਦੇਣੀਆਂ ਨੇ, ਇਹਨਾਂ ਨੇ ਕਾਹਦੀ, ਇਹਨਾਂ ਕੋਲ ਵਾਟ ਰਾਈਟ ਡੂ ਦੇ ਹੈਵ ਟੂ ਕੁਐਸਚਨ ਕਿਸੇ ਦੀ ਮਾਰਟੀਡਮ। ਮੇਰੇ ਵੀਰੋ, ਉਹ ਤੇ ਇੱਕ ਅਲੱਗ ਚੈਪਟਰ ਸੀ, ਪੋਲੀਟੀਕਲ ਸਾਡੇ ਓਪੋਨੈਂਟ ਸੀ, ਉਹਨਾਂ ਕਹਿਤਾ ਸਾਨੂੰ ਉਸ ਗੱਲ ਦਾ, ਕਿਉਂਕਿ ਉਹਨਾਂ ਦਾ ਹੱਕ ਬਣਦਾ ਹੈ, ਡੈਮੋਕ੍ਰੇਸੀ ਹੈ, ਉਹਨਾਂ ਨੇ ਕੁਐਸਚਨ ਕੀਤਾ, ਅਸੀਂ ਉਹਦਾ ਜਵਾਬ ਦੇ ਦਿੱਤਾ। ਜਿਹੜੇ ਸਾਡੇ ਭਰਾ ਸੀ, ਅਰਜਨ ਨੇ ਤੇ ਅੱਜ ਪ੍ਰੈਜ਼ੀਡੈਂਟ ਸੈੱਟ ਕਰਤਾ ਆਪਣੀ ਨੌਕਰੀ ਦੇ ਕੇ। ਮੈਂ ਇਹਨਾਂ ਮਿਨਿਸਟਰਸ ਨੂੰ, ਤ੍ਰਿਪਤ ਰਜਿੰਦਰ ਸਿੰਘ ਜੀ ਬਾਜਵਾ, ਜਿਨ੍ਹਾਂ ਦਾ ਬੇਟਾ ਜ਼ਿਲ੍ਹਾ ਪਰਿਸ਼ਦ ਗੁਰਦਾਸਪੁਰ ਦਾ ਚੇਅਰਮੈਨ ਹੈ, ਸੁਖ ਸਰਕਾਰੀਆ ਸਾਹਿਬ, ਜਿਨ੍ਹਾਂ ਦਾ ਭਤੀਜਾ ਜ਼ਿਲ੍ਹਾ ਪਰਿਸ਼ਦ ਅੰਮ੍ਰਿਤਸਰ ਦਾ ਚੇਅਰਮੈਨ ਹੈ, ਸੁਨੀਲ ਜਾਖੜ ਸਾਹਿਬ ਜਿਹੜੇ ਸਾਡੇ ਪੀਸੀਸੀ ਦੇ ਪ੍ਰਧਾਨ ਨੇ, ਉਹਨਾਂ ਦਾ ਭਤੀਜਾ ਅਜੇ ਵੀਰ ਸਿੰਘ ਪੰਜਾਬ ਫਾਰਮਰ ਕਮਿਸ਼ਨ ਦਾ ਚੇਅਰਮੈਨ ਹੈ। ਉਹ ਪ੍ਰੈਜ਼ੀਡੈਂਟ ਨੂੰ ਫੋਲੋ ਕਰਨਗੇ? ਅਸੀਂ ਸੈੱਟ ਕਰਤਾ ਹੈ ਪ੍ਰੈਜ਼ੀਡੈਂਟ, ਐਂਡ ਵੀ ਵੁੱਡ ਨਾਟ ਲਾਈਕ these heavyweight politicians ਜਿਨ੍ਹਾਂ ਨੇ 4 ਸਾਲ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ 4 ਸਾਲ ਉਹ ਮਲਾਈ ਵਾਲੇ ਪੋਰਟਫੋਲੀਓ ਲੈ, ਇਹ ਅੱਜ ਉਹ ਅਰਜਨ ਪ੍ਰਤਾਪ ਸਿੰਘ ਬਾਜਵਾ ਜਾਂ ਜੋਗਿੰਦਰਪਾਲ ਪਾਂਡੇ ਉਹਨਾਂ ਦੇ ਬੇਟੇ ਦੀ ਨੌਕਰੀ ਦਾ ਆਬਜੈਕਸ਼ਨ ਨਹੀਂ ਸੀ ਕਰ ਰਹੇ, ਉਹ ਕੈਪਟਨ ਅਮਰਿੰਦਰ ਸਿੰਘ ਜੀ ਦੇ ਕੀਤੇ ਹੋਏ ਉਸ ਕੈਬਨਿਟ ਦੇ ਫੈਸਲੇ ਦਾ ਵਿਰੋਧ ਕਰ ਰਹੇ ਸੀ, ਕਿਉਂਕਿ ਵਿਰੋਧ ਉਹਨਾਂ ਨੇ, ਉਹਨਾਂ ਦਾ ਫਤਿਹ ਜੰਗ ਸਿੰਘ ਬਾਜਵਾ ਕਹਿੰਦੇ ਕੈਪਟਨ ਸਾਹਿਬ ਦੇ ਅਗੇਂਸਟ ਜਾਂਦਾ। ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ, 4 ਸਾਲ
ਸਾਰਾ ਕੰਮ ਉਹ ਆਪਣਾ ਜਾਖੜ ਸਾਹਿਬ ਦਾ ਮੈਨੂੰ ਕੱਲ ਇੱਕ ਸਵਾਲ ਸੀ ਵੀ ਕੈਪਟਨ ਸਾਹਿਬ ਦੇ ਜਿਹੜੇ ਐਡਵਾਈਜ਼ਰ ਬੜੇ ਮਾਰੇ ਆ ਗਏ ਨੇ, ਉਹਨਾਂ ਨੂੰ ਐਡਵਾਈਸ ਗਲਤ ਦੇ ਰਹੇ ਨੇ, ਉਸ ਗਲਤ ਐਡਵਾਈਸ ਦੇ ਉੱਤੇ ਗਲਤ ਫੈਸਲੇ ਹੋ ਰਹੇ ਨੇ। 4 ਸਾਲ ਸਭ ਐਡਵਾਈਸਾਂ ਠੀਕ ਸੀ, 4 ਸਾਲ ਦੀ ਜਿਹੜੇ ਤੁਸੀਂ ਨਾਲ ਲੱਗੇ ਸੀ, ਅੱਜ ਕਿਹੜੇ ਮਾੜੇ ਆਏ ਨੇ? ਮੈਂ ਇਹਨਾਂ ਕੋਲ ਪੁੱਛਣਾ ਚਾਹੁੰਦਾ, ਅੱਜ ਦੇ ਐਡਵਾਈਜ਼ਰ ਕਿਹੜੇ ਮਾੜੇ ਨੇ ਤੇ ਕਿਹੜਾ ਗਲਤ ਫੈਸਲਾ ਕੈਪਟਨ ਅਮਰਿੰਦਰ ਸਿੰਘ ਕਰ ਰਿਹਾ? ਇਹ ਉਹਨਾਂ ਕੋਲ ਤੁਸੀਂ ਜ਼ਰੂਰ ਇਸ ਚੀਜ਼ ਦਾ ਜਵਾਬ ਮੰਗਣਾ ਹੈ। ਔਰ ਮੈਂ ਇਹ ਗੱਲ ਕਹਿਣਾ ਚਾਹੁੰਦਾ, ਮੈਂ ਤੁਹਾਡੀ ਬਹੁਤ ਇੱਜ਼ਤ ਕਰਦਾ। ਜਾਖੜ ਸਾਹਿਬ ਨੇ ਪਹਿਲੇ ਸੋਨੀਆ ਜੀ ਨੂੰ ਚਿੱਠੀ ਲਿਖੀ ਇਹਨਾਂ ਦੀ ਨੌਕਰੀ ਬਾਰੇ, ਅਗਲੇ ਦਿਨ ਮੈਨੂੰ ਫੋਨ ਕਰਦੇ ਆ, ਮੈਨੂੰ ਕਹਿੰਦੇ ਫਤਿਹ ਜੀ ਮੇਰਾ ਪ੍ਰਤਾਪ ਬਾਜਵਾ ਨਾਲ ਦੇ ਡਿਫਰੈਂਸਿਸ ਹੋ ਸਕਦੇ ਆ, ਮੈਂ ਤੁਹਾਡੀ ਬਹੁਤ ਇੱਜ਼ਤ ਮਾਨ ਤੇ ਤੁਸੀਂ ਮੇਰੀ ਇਲੈਕਸ਼ਨ 'ਚ ਬੜੀ ਮਦਦ ਕੀਤੀ ਹੈ, ਔਰ ਸਾਰਿਆਂ ਨਾਲ ਵੱਡੀ ਗੱਲ ਹੈ ਵੀ ਅਰਜੁਨ ਨੇ ਮੇਰੀ ਇਲੈਕਸ਼ਨ 'ਚ ਬਹੁਤ ਮਦਦ ਕੀਤੀ। ਮੈਂ ਕਿਹਾ ਜਾਖੜ ਸਾਹਿਬ ਇਸੇ ਗੱਲ ਦਾ ਸਿਲਾ ਦੇ ਰਹੇ ਹੋ? ਇਸੇ ਹਾਂ ਅਸੀਂ ਕੋਈ ਆਊਟ ਆਫ ਦਾ ਵੇ ਜਾ ਕੇ ਕੋਈ ਚੀਜ਼ ਦਿੱਤੀ ਹੋਏ ਜਾਂ ਕਿ ਸਰਕਾਰ ਨੇ ਕੀਤਾ ਹੋਏ, ਅਸੀਂ ਤਾਂ ਉਹ ਵੀ ਲੈਣ ਨੂੰ ਤਿਆਰ ਨਹੀਂ। ਤੁਸੀਂ ਸਾਨੂੰ ਤੇ ਕਹਿ ਸਕਦੇ ਹੋ, ਤੁਸੀਂ ਟੀਵੀ ਤੇ ਜਾ ਕੇ, ਤੁਸੀਂ ਚਿੱਠੀਆਂ ਕਰ ਕਰਕੇ ਤੁਸੀਂ ਕੀ ਕਰਨਾ, ਕੀ ਮੈਸੇਜ ਕੀ ਦੇਣਾ ਚਾਹੁੰਦੇ ਹੋ? ਤੁਸੀਂ ਮੈਸੇਜ ਇਹ ਦੇਣਾ ਚਾਹੁੰਦੇ ਹੋ ਵੀ ਅਸੀਂ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਨਹੀਂ। ਇਹੋ ਸਵਾਲ ਮੈਂ ਅੱਜ ਤੁਹਾਡੇ ਭਰਾਵਾਂ ਨੂੰ ਇਹ ਦੱਸਣਾ ਚਾਹਨਾ ਵੀ ਜਿਹੜੇ ਲੋਕ ਇਸ ਕਿਸਮ ਦੀ ਰਾਜਨੀਤੀ ਕਰਦੇ ਨੇ, ਲੋਕ ਉਹਨਾਂ ਨੂੰ ਬੜੀ ਚੰਗੀ ਤਰ੍ਹਾਂ ਪਹਿਚਾਨ ਲੈਣ। ਇਸ ਕਿਸਮ ਦੀ ਰਾਜਨੀਤੀ ਚੰਗੀ ਨਹੀਂ ਹੁੰਦੀ। ਡੂ ਪੋਜ਼ਿਟਿਵ ਪੋਲਿਟਿਕਸ, ਡੋਂਟ ਗੈਟ ਇਨਟੂ ਦ ਨੈਗੇਟਿਵ ਮੋਡ। ਔਰ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ, ਕੋਈ ਗੱਲ ਨਹੀਂ ਉਹਨਾਂ ਨੇ ਜੇ ਕੋਈ ਗਲਤ ਕੀਤਾ, ਪਰ ਜਿਹੜਾ ਪ੍ਰੈਜ਼ੀਡੈਂਟ ਅੱਜ ਅਰਜੁਨ ਪ੍ਰਤਾਪ ਨੇ ਸੈੱਟ ਕੀਤਾ, ਅੱਜ ਬਾਜਵਾ ਪਰਿਵਾਰ ਨੇ ਸੈੱਟ ਕੀਤਾ, ਕਿ ਇਹ ਵੀ ਉਹਨੂੰ ਫੋਲੋ ਕਰਨ ਕਿ ਅਸੀਂ, ਮੈਂ ਅੱਜ ਤੁਹਾਨੂੰ ਇਸ ਤੇ ਕੈਮਰੇ ਤੇ ਕਹਿਣਾ ਚਾਹੁੰਦਾ, ਕੈਪਟਨ ਅਮਰਿੰਦਰ ਸਿੰਘ ਜੀ ਨੂੰ ਸਰਕਾਰ ਬਣਨ ਤੇ ਜਦੋਂ ਜ਼ਿਲ੍ਹਾ ਪਰਿਸ਼ਦ ਗੁਰਦਾਸਪੁਰ ਦੀ ਚੋਣ ਹੋਈ, ਸਾਡੇ ਸਾਰਿਆਂ ਨੂੰ ਸੀਨੀਅਰ ਠਾਕੁਰ ਬਲਰਾਜ ਸਿੰਘ ਇੱਥੇ ਮੇਰੇ ਮੈਂਬਰ ਆਏ ਨੇ ਜ਼ਿਲ੍ਹਾ ਪਰਿਸ਼ਦ ਦੇ, 5 ਵਾਰ ਬਣੇ, ਸਾਰਿਆਂ ਨੇ ਗੱਲ ਕੀਤੀ ਵੀ ਠਾਕੁਰ ਬਲਰਾਜ ਸਿੰਘ should be the chairman. He is the worker. He has done so much for Congress. ਪਰ ਕੌਣ ਬਣਿਆ? ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਾ ਬੇਟਾ। ਕਿਉਂ? ਕਿਉਂਕਿ ਉਹਨਾਂ ਦੀ ਰਾਜਨੀਤਿਕ, ਤੁਹਾਨੂੰ ਪਤਾ ਹੈ ਵੀ ਕਿੱਥੇ ਕਿੱਥੇ ਟਿਕਟਾਂ ਲੈਣ ਨੂੰ ਫਿਰਦੇ ਸੀ ਤੇ ਦੂਜਿਆਂ ਦੀ ਕਨਸਟੀਚੁਐਂਸੀ ਵਿੱਚ ਜਾ ਕੇ ਇੰਟਰਫੇਅਰ ਕਰਦੇ। ਮੇਰੇ ਵੀਰੋ, ਇਹਨਾਂ ਲੋਕਾਂ ਨੂੰ ਜਿਹੜੇ ਪਾਰਟੀ ਦੇ ਸੀਨੀਅਰ ਲੀਡਰਸ ਨੇ, ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਸਾਨੂੰ ਵੀ, ਜੇ ਅੱਜ ਅਰਜੁਨ ਪ੍ਰਤਾਪ ਇੱਕ ਛੋਟੇ ਬੱਚੇ ਨੇ ਐਗਜ਼ਾਮਪਲ ਸੈੱਟ ਕੀਤਾ, you must follow that and we will see whether they follow it or not. ਮੈਂ ਬਹੁਤ ਹੀ ਇਹ ਜਿਹੜੀ ਗੱਲ ਆਮ ਜਿਹੜਾ ਜਿੱਦਾਂ ਤੁਸੀਂ ਇਹਨਾਂ ਨੇ ਜ਼ਿਕਰ ਕੀਤਾ ਵੀ ਇਹ ਚੁੱਪ ਕਿਉਂ ਬੈਠੇ ਨੇ 3-4 ਦਿਨ, ਇਹਨਾਂ ਤੇ ਕੀ ਪ੍ਰੈਸ਼ਰ ਪਿਆ ਇਹਨਾਂ ਨੌਕਰੀ ਛੱਡੀ? ਕੀ ਵੋਟਾਂ ਕਰਕੇ ਇਹਨਾਂ ਨੌਕਰੀ ਛੱਡਤੀ? ਕੀ ਵਜ੍ਹਾ ਸੀ ਇਹ ਚੁੱਪ ਰਹੇ? ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ, ਮੈਂ ਤੁਹਾਨੂੰ ਅੱਗੇ ਵੀ ਦੱਸਿਆ, ਜਿਸ ਵਕਤ ਇਸ ਨੌਕਰੀ ਦੀ ਗੱਲ 2-3 ਦਿਨ ਪਹਿਲੇ ਆਈ ਔਰ ਜਿਸ ਕਿਸਮ ਦੀ ਰਾਜਨੀਤੀ ਹੋਣ ਲੱਗੀ, ਅਸੀਂ ਉਸੇ ਵਕਤ ਘਰ ਵਿੱਚ ਫੈਸਲਾ ਕਰ ਲਿਆ ਔਰ ਮੈਂ ਕੈਪਟਨ ਸਾਹਿਬ ਨੂੰ ਮੈਸੇਜ ਪਾ ਕੇ ਕਿਹਾ, ਕੈਪਟਨ ਸਾਹਿਬ ਪਲੀਜ਼ ਇਸ ਨੌਕਰੀ ਨੂੰ, ਅਰਜੁਨ ਪ੍ਰਤਾਪ ਨੌਕਰੀ ਨਹੀਂ ਲੈਣਾ ਚਾਹੁੰਦੇ, ਅਸੀਂ ਇਸ ਨੌਕਰੀ ਨਹੀਂ ਲੈਣੀ। ਇਹ ਫੈਸਲਾ ਕੈਪਟਨ ਸਾਹਿਬ ਤੁਹਾਨੂੰ ਦੱਸ ਸਕਦੇ। ਜਿਸ ਵਕਤ ਇਹ ਸਾਰੀ ਗੱਲ ਹੋਈ, ਮੇਰਾ ਫਰਜ਼ ਬਣਦਾ ਸੀ ਵੀ ਮੇਰੇ ਲੀਡਰ ਨੇ, ਮੇਰੇ ਮੁੱਖ ਮੰਤਰੀ ਨੇ, ਜਿਹੜੇ ਮੇਰੇ ਫਾਦਰ ਦੀ ਮਾਰਟੀਰਡਮ ਨੂੰ ਪਹਿਚਾਨਿਆ, ਉਹਨੂੰ ਇੱਜ਼ਤ ਦਿੱਤੀ, ਮੈਂ ਇਹਨਾਂ ਦੇ ਅਸਤੀਫਾ ਅਰਜੁਨ ਨੇ ਉਹਨਾਂ ਦੇ ਹੱਥ ਵਿੱਚ ਫੜਾਇਆ ਦਿੱਲੀ ਜਾ ਕੇ ਵੀ ਐ ਲਓ ਪੜੋ, ਅਸੀਂ ਇਹ ਨੌਕਰੀ ਦਿੱਤੀ, ਅਸੀਂ ਕੋਈ ਗੱਲ ਨਹੀਂ ਇਹੋ ਜਿਹੀ ਕਰਨਾ ਚਾਹੁੰਦੇ। ਉਹਨਾਂ ਦੀ ਮੀਟਿੰਗ ਸੀ, ਉਹਨਾਂ ਨੇ 3 ਮੈਂਬਰੀ ਕਮੇਟੀ ਨੂੰ ਮਿਲਣਾ ਸੀ, ਉਹਨਾਂ ਨੇ ਕਿਹਾ ਵੀ ਐ ਲਓ ਜੀ ਉਹਨਾਂ ਦਾ ਬਾਜਵਾ ਹੋਰਾਂ ਦਾ ਇਹ ਫੈਸਲਾ ਆ ਗਿਆ। ਹੁਣ ਤੁਸੀਂ ਇਹਦੇ ਵਿੱਚ ਦੱਸੋ ਅਸੀਂ ਕਿੱਥੇ ਗਲਤ ਹਾਂ, ਅਸੀਂ ਕਿੱਥੇ ਕਸੂਰਵਾਰ ਹਾਂ? ਸਾਡੀ ਕਿਹੜੀ ਇਹੋ ਜਿਹੀ ਚੀਜ਼ ਸੀ ਜਿਹੜੀ ਸਰਕਾਰ ਨੇ ਸਾਡੇ ਲਈ ਕਰ ਦਿੱਤੀ, ਜਿਹੜੀ ਇੱਕ ਚੰਬੇ ਵਾਲੀ ਸੀ? ਪਰ ਜ਼ਰੂਰ ਇਸ ਗੱਲ ਤੇ ਫੀਲ ਸਾਨੂੰ ਹੋਇਆ ਜਿੱਦਾਂ ਬੱਚੇ ਜਜ਼ਬਾਤੀ ਹੋਏ ਵੀ ਕਿਸੇ ਦੇ ਦਾਦੇ ਦੇ ਯਾਰ ਤੁਸੀਂ ਇਸ ਕਿਸਮ ਦੀ ਰਾਜਨੀਤੀ ਕਰੋ, ਇਸ ਕਿਸਮ ਦੀਆਂ ਗੱਲਾਂ ਕਰੋ। ਮੈਂ ਤੇ ਆਪਣੇ ਕੁਲੀਗਸ ਨੂੰ ਕਿਹਾ ਵੀ ਯਾਰ ਤੁਸੀਂ ਮੇਰੇ ਨਾਲ ਹੀ ਗੱਲ ਕਰ ਲੈਂਦੇ, ਇਹ ਕਿੱਡੀ ਕੀ ਗੱਲ ਸੀ? ਅਸੀਂ ਤਾਂ
ਮੈਂ ਉਹੀ ਗੱਲ ਇਹਨਾਂ ਦੀ ਗੱਲ ਦੁਹਰਾ ਰਿਹਾ ਵੀ ਸ਼ਹਾਦਤਾਂ ਦੇਣ ਵਾਲਿਆਂ ਨੂੰ ਇਹ ਨੌਕਰੀਆਂ ਤੇ ਬਹੁਤ ਛੋਟੀਆਂ ਚੀਜ਼ਾਂ। ਔਰ ਮੈਂ ਆਪਣੀ ਪਾਰਟੀ ਹਾਈ ਕਮਾਂਡ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਸਾਡੀ ਪਾਰਟੀ ਦੇ ਵਿੱਚ ਮਹਾਤਮਾ ਗਾਂਧੀ ਜੀ ਤੋਂ ਲੈ ਕੇ ਇੰਦਰਾ ਗਾਂਧੀ ਜੀ, ਰਾਜੀਵ ਗਾਂਧੀ ਜੀ, ਸਰਦਾਰ ਬੇਅੰਤ ਸਿੰਘ, ਜੋਗਿੰਦਰ ਪਾਲ ਪਾਂਡੇ, ਸਤਨਾਮ ਸਿੰਘ ਬਾਜਵਾ, ਸ਼ਹਾਦਤਾਂ ਦੀ ਲਿਸਟ ਦੀ ਤੁਹਾਨੂੰ ਕੋਈ ਕਮੀ ਨਹੀਂ ਆ ਸਕਦੀ। ਔਰ ਇਹੋ ਮੈਂ ਗੱਲ ਕਹਿਣਾ, ਸੋਨੀਆ ਗਾਂਧੀ ਜੀ ਨੇ ਆਪਣੀ ਪ੍ਰਾਈਮ ਮਿਨਿਸਟਰਸ਼ਿਪ ਦੀ ਚੇਅਰ ਡਾਕਟਰ ਮਨਮੋਹਨ ਸਿੰਘ ਨੂੰ ਦਿੱਤੀ। ਇਸ ਤੋਂ ਵੱਡੇ ਤਿਆਗਾਂ ਦੀ ਕਿਹੜੀ ਹਿਸਟਰੀ ਤੁਸੀਂ ਸੁਣਨਾ ਚਾਹੁੰਦੇ? ਇਹ ਤਾਂ ਬਹੁਤ ਛੋਟੀ ਚੀਜ਼ ਹੈ। ਇਸ ਚੀਜ਼ ਦੇ ਉੱਤੇ ਬੱਚੇ ਜ਼ਰੂਰ ਜਜ਼ਬਾਤੀ ਹੋਏ ਤੇ ਮੈਂ ਮੀਡੀਆ ਵਾਲਿਆਂ ਕੋ ਭਰਾਵਾਂ ਕੋ ਜੇ ਕਿਸੇ ਨੂੰ ਇਸ ਗੱਲ ਦੀ ਠੇਸ ਲੱਗੀ ਕਿ ਮੈਂ ਮਾਫੀ ਵੀ ਚਾਹੁੰਦਾ, ਕਿਉਂਕਿ ਉਹਨਾਂ ਦੀ ਉਮਰ ਹੈ, ਬਚਪਨ ਹੈ। ਪਰ ਮੈਂ ਇਹ ਗੱਲ ਤੁਹਾਡੇ ਰਾਹੀਂ ਮੈਂ ਜ਼ਰੂਰ ਕਰਨਾ ਚਾਹੁੰਦਾ, ਪੰਜਾਬ ਦੇ ਵਿੱਚ ਜੇ ਅੱਜ ਕਿਸੇ ਨੇ ਅੱਗੇ ਆਣਾ ਤੇ ਤੁਹਾਨੂੰ ਐਗਜ਼ਾਮਪਲ ਸੈੱਟ ਕਰਨੇ ਪੈਣੇ ਨੇ। ਕਮਰ ਦੀ ਗੱਲ ਵੀ ਤੇਜ਼ ਚੱਲਣਾ ਤੇ ਇਕੱਲੇ ਚੱਲਣਾ ਪਊ। ਜੇ ਕਲੈਕਟਿਵਲੀ ਆਪਾਂ ਚੇਂਜਸ ਲਿਆਣੀਆਂ ਨੇ ਪੰਜਾਬ ਦੇ ਵਿੱਚ ਤੇ ਫਿਰ ਸਾਨੂੰ ਸਾਰਿਆਂ ਨੂੰ ਇਕੱਠੇ ਚੱਲਣਾ ਪਏਗਾ। ਇਹ ਸੋਚ ਨੂੰ ਬਦਲਣਾ ਪਏਗਾ। ਅੱਗੇ ਜੇ ਹੁਣ ਤੁਹਾਡਾ ਕੋਈ ਬਾਈਵਾ ਸਾਹਿਬ ਤੁਹਾਨੂੰ लगता है कि जिस तरीके से सबसे पहले नवजोत सिंह सिद्धू ने भी हमला बोला। उन्होंने सबसे पहले मीडिया में कहा कि उनके पास इतनी गाड़ियां हैं, इतनी संपत्ति है, उनको नौकरी की क्या जरूरत है। नवजोत सिंह सिद्धू ने सबसे पहले ऑब्जेक्शन उठाया था इसके ऊपर। मैंने आपको जवाब तो दे दिया। बाईवा साहब उनका देखो, उनका राइट है, उन्होंने जो बोल दिया, उन्होंने ऑब्जेक्शन उठाया, हमने तो पहले ही बता दिया भाई अब तो लेना ही नहीं चाह रही थी। ਫਤਿਹ ਜੱਗ ਜੀ, ਬਾਈਵਾ ਸਾਹਿਬ ਫਤਿਹ ਜੱਗ ਜੀ, ਤੁਸੀਂ ਕਿਹਾ ਵੀ ਤੁਹਾਡੇ ਪਿਤਾ ਨੇ ਸਰਦਾਰ ਸਤਨਾਮ ਸਿੰਘ ਹੋਰਾਂ ਨੇ ਕੁਰਬਾਨੀ ਦਿੱਤੀ, ਸ਼ਹਾਦਤ ਦਿੱਤੀ, ਤੇ ਤੁਹਾਡੇ ਬੱਚਿਆਂ ਨੇ ਵੀ ਕਿਹਾ ਵੀ ਸਾਡੇ ਪਰ ਸ਼ਹਾਦਤ ਦਾ ਸਾਡੇ ਪਰ ਉਲਾਂਭਾ ਦਿੱਤਾ ਜਾ ਰਿਹਾ ਜਾਂ ਕੋਟ ਕੇ ਛੱਡੇ ਜਾ ਰਿਹਾ। ਤੁਹਾਡੇ ਪਿਤਾ ਜੀ ਦੇ ਨਾਲ ਜਿਹੜੇ 6 ਹੋਰ ਲੋਕ ਸੀਗੇ ਉਹ ਮਰੇ, ਕਿ ਕਿਆ ਉਹਨਾਂ ਦੇ ਪਰਿਵਾਰ ਨੂੰ ਤੁਹਾਡੀ ਪਾਰਟੀ ਨੇ ਜਾਂ ਸਰਕਾਰ ਨੇ ਕਿਤੇ ਮਾਣ ਤਾਣ ਦਿੱਤਾ ਜਾਂ ਨੌਕਰੀ ਦਿੱਤੀ? ਜਦੋਂ ਅਸੀਂ ਲੈ ਹੀ ਨਹੀਂ ਰਹੇ, ਅਸੀਂ ਕਿਸੇ ਦੀ ਮੇਰੀ ਇੱਕ ਗੱਲ ਦੀ ਗੱਲ ਕਰ, ਇੱਕ ਸੈਕਿੰਡ ਤੁਸੀਂ ਪਹਿਲਾਂ ਜਿਹੜੇ ਸਾਥੀ ਮੇਰੀ ਮੇਰਾ ਸਵਾਲ ਤਾਂ ਪੂਰਾ ਸੁਣ। ਜਿਹੜਾ ਇੱਕ ਸਿਪਾਹੀ ਨਾਲ ਸ਼ਹੀਦ ਹੋਇਆ ਸੀ ਸੁਖਦੇਵ ਸਿੰਘ, ਉਹਦੀ ਵਾਈਫ ਨੂੰ ਨੌਕਰੀ ਦਿੱਤੀ ਗਈ। ਉਹਨਾਂ ਦੇ ਘਰ ਦੇ ਵਿੱਚ ਜਿਹੜੇ ਬਾਕੀ ਉਹਨਾਂ ਦੇ ਪ੍ਰਾਈਵੇਟ ਸਾਥੀ ਸੀਗੇ ਨਾਲ, ਕੋਈ ਜਿਨ੍ਹਾਂ ਦੀਆਂ ਫੈਮਿਲੀਜ਼ ਬਾਹਰ ਦੇ ਕੰਟਰੀ ਜਾ ਕੇ ਸੈਟਲ ਹੋ ਗਈਆਂ, ਅਸੀਂ ਤੇ ਅਜੇ ਤੱਕ ਕੋਈ ਗੱਲ ਅਸੀਂ ਜੇ ਤੇ ਅਸੀਂ ਲਈਏ ਤੇ ਕਿਸੇ ਨੂੰ ਨਾ ਦਵਾਈਏ, ਫਿਰ ਅਸੀਂ ਕੁਝ ਮੈਂ ਇਹ ਗੱਲ ਦਾ ਮੈਂ ਵੀ ਜਵਾਬ ਦੇਣਾ ਚਾਹੁੰਦਾ ਜੀ। ਕਿਸੇ ਨੇ ਕੈਪਟਨ ਅਮਰਿੰਦਰ ਸਿੰਘ ਜੀ ਨੇ ਬੜਾ ਕਲੀਅਰ ਕੀਤਾ ਹੈ ਕਿ ਹੋਰ ਵੀ ਕੋਈ ਹੈ ਤੇ ਆਓ ਕਲੇਮ ਕਰੋ। ਮੈਂ ਅੱਜ ਆਪਾਂ ਇਹ ਗਿਵ ਅਪ ਵੀ ਕਰ ਰਹੇ ਹਾਂ, ਪਰ ਇਹੋ ਜੀ ਟੈਰਰਿਸਟ ਵਿਕਟਮ ਦੀ ਫੈਮਿਲੀ 'ਚ ਮੈਂ ਪਰਸਨਲ ਤੌਰ ਤੇ ਫੁੱਲ ਸਪੋਰਟ 'ਚ ਹੈ, ਚਾਹੇ ਉਹ ਰਿਚ ਨੇ ਪੂਅਰ ਨੇ, देयर इज नो डिफरेंस बिटवीन ਲਾਈਕ। ਬਾਈਵਾ ਸਾਹਿਬ ਅੱਜ ਜੇ ਤੁਹਾਡੀ ਸਰਕਾਰ ਨੇ ਘਰ ਨੌਕਰੀ ਵਾਲਾ ਵਾਅਦਾ ਪੂਰਾ ਕੀਤਾ ਹੁੰਦਾ ਤਾਂ ਲੱਗਦਾ ਕਿ ਅੱਜ ਇਹ ਸਵਾਲ ਨਾ ਖੜਾ ਹੁੰਦਾ, ਕਿਉਂਕਿ ਵਿਧਾਇਕ ਵੀ ਇਹੀ ਗੱਲ ਕਹਿ ਰਹੇ ਨੇ ਕਿ ਅਸੀਂ ਲੋਕਾਂ ਦੇ ਵਿੱਚ ਜਾ ਕੇ ਕੀ ਜਵਾਬ ਦੇਵਾਂਗੇ, ਘਰ ਨੌਕਰੀ ਅਸੀਂ ਦਿੱਤੀ ਨਹੀਂ ਔਰ ਵਿਧਾਇਕਾਂ ਦੇ ਮੁੰਡਿਆਂ ਨੂੰ ਨੌਕਰੀ ਦਿੱਤੀ ਜਾ ਰਹੀ ਹੈ। ਇਹ ਸੋਡੀ ਰਾਜਨੀਤੀ ਹੈ। ਤੁਸੀਂ ਘਰ ਵੀ ਕਰਦੇ ਤਾਂ ਵੀ ਇਹਨਾਂ ਨੇ ਇਹੋ ਕੁਝ ਹੀ ਕਰਨਾ ਸੀ। ਮੈਂ ਤੁਹਾਨੂੰ ਇੱਕ ਗੱਲ ਦਾ ਜਵਾਬ ਦੇਣਾ ਚਾਹੁੰਦਾ, ਜਿਹੜੇ ਕਿਸਾਨ ਵੀਰ 400 ਦੇ ਕਰੀਬ ਇਹ ਸ਼ਹੀਦ ਹੋਏ ਨੇ ਇਸ ਫਾਰਮਰ ਇਹਦੇ ਵਿੱਚ, ਉਹਨਾਂ ਦੇ ਬੱਚਿਆਂ ਨੂੰ ਵੀ ਨੌਕਰੀਆਂ ਦਿੱਤੀਆਂ ਜਾਣਗੀਆਂ, ਉਹਨਾਂ ਨੂੰ ਪੈਸੇ ਵੀ ਦਿੱਤੇ ਬਾਈਵਾ ਜਾਣਗੇ। ਸਾਹਿਬ ਅੱਜ ਦੀ ਤਾਜ਼ਾ ਤਸਵੀਰ ਹੈ, ਪੈਰਾਲੰਪਿਕਸ ਖਿਡਾਰੀ ਜਿਨ੍ਹਾਂ ਨੇ ਦੇਸ਼ ਵਾਸਤੇ ਮੈਡਲ ਜਿੱਤੇ, ਅੱਜ ਉਹਨਾਂ ਨੂੰ ਇੱਥੇ ਆ ਕੇ ਆਪਣੇ ਮੈਡਲ ਤੁੜਵਾਉਣੇ ਪੈ ਰਹੇ ਨੇ, ਉਹਨਾਂ ਨੂੰ ਜ਼ਮੀਨ ਦੇ ਉੱਤੇ ਸੁੱਟਿਆ ਗਿਆ, ਉਹਨਾਂ ਦੇ ਲਹੂ ਆ ਰਿਹਾ, ਉਹਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ। ਤਾਂ ਸਵਾਲ ਇਹੋ ਜਿਹੇ ਹਾਲਾਤਾਂ ਦੇ ਵਿੱਚ ਸਵਾਲ ਖੜੇ ਹੁੰਦੇ ਨੇ। ਅਸੀਂ ਤੇ ਲਈ ਨਹੀਂ ਨਾ ਨੌਕਰੀ, ਅਸੀਂ ਤੇ ਨਹੀਂ ਲਈ। ਸਾਡੇ ਤੇ ਸਵਾਲ ਤੇ ਜਦੋਂ ਵਿਰੋਧ ਹੋਇਆ ਇੱਕ ਕਰਕੇ ਗੱਲ ਕਰੋ। ਵਿਰੋਧ ਤਾਂ ਹੁੰਦਾ ਹੈ ਜੇ ਮੈਂ ਨੌਕਰੀ ਲੈ ਕੇ ਤੇ ਛੱਡਦਾ। ਵਿਰੋਧ ਤੁਹਾਡਾ ਸਵਾਲ ਤਾਂ ਬਣਦਾ ਸੀ ਅਸੀਂ ਨੌਕਰੀ ਲੈ ਲੈਂਦੇ, ਅਸੀਂ ਸਮਝਦੇ ਹੋਣੇ ਪ੍ਰੈਸ਼ਰ ਹੈ, ਅਸੀਂ ਛੱਡਦੇ। ਮੈਂ ਤੁਹਾਨੂੰ ਕਿਹਾ ਵੀ ਮੇਰੇ ਕੋਲ ਇਨ ਰਾਈਟਿੰਗ ਪ੍ਰੂਫ ਹੈ, ਮੁੱਖ ਮੰਤਰੀ ਸਾਹਿਬ ਨੂੰ ਜਾ ਕੇ ਪੁੱਛ ਲਓ। ਮੈਂ ਕੈਬਨਿਟ ਮੀਟਿੰਗ ਤੋਂ ਪਹਿਲੇ ਇਹ ਗੱਲ ਕਹਿਤੀ ਵੀ ਸਾਨੂੰ ਨੌਕਰੀ ਨਹੀਂ ਚਾਹੀਦੀ। ਉਹ ਦੱਸੋ ਇਹਦੇ ਵਿੱਚ ਅਸੀਂ ਜ਼ਬਰਦਸਤੀ ਦਿੱਤੀ ਤੋਂ ਦੱਸ ਰਿਹਾ ਜਦੋਂ ਹਰੀਸ਼ ਰਾਵਤ ਨੇ ਤੁਹਾਨੂੰ ਕਿਹਾ। ਉਹ ਹਰੀਸ਼ ਰਾਵਤ ਜੀ ਤੇ ਮੈਨੂੰ ਮਿਲੇ ਹੀ ਨਹੀਂ। ਮੇਰੇ ਉਹਨਾਂ ਨੇ ਕੱਲ ਜਿਹੜਾ ਉਹਨਾਂ ਦਾ ਬਿਆਨ ਆਇਆ, ਉਹਨਾਂ ਬਿਆਨ ਇਸ ਕਰਕੇ ਇਹਨਾਂ ਨੇ ਕੀਤਾ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਕੋਲ ਚਿੱਠੀ ਸੀ, ਉਹਨਾਂ ਨੇ ਜਾ ਕੇ ਰਾਵਤ ਜੀ ਨੂੰ ਦਿਖਾਈ ਵੀ ਉਹਨਾਂ ਨੇ ਤਾਂ ਐਕਸੈਪਟ ਹੀ ਨਹੀਂ ਕੀਤੀ। ਸਰ ਇੱਕ ਮਿੰਟ, ਮੈਂ ਤੁਹਾਨੂੰ ਮੇਰਾ ਇੱਕ ਕਾਊਂਟਰ ਕੁਐਸਚਨ ਹੈ ਤੁਹਾਨੂੰ। ਹਰ ਇੱਕ ਪਾਰਟੀ ਦਾ, ਹਰ ਇੱਕ ਆਫਿਸ ਦਾ ਇੱਕ ਡੈਕੋਰਮ ਹੁੰਦਾ ਹੈ। ਤੁਸੀਂ ਆਪਣੀ ਜੌਬ ਛੱਡਣਾ ਚਾਹੋ ਤੇ ਤੁਸੀਂ 1 ਮਹੀਨੇ ਦਾ ਨੋਟਿਸ ਦਿੰਦੇ ਹੋ ਨਾ, ਉਦਾਂ ਹੀ ਸਾਨੂੰ ਵੀ ਨੋਟਿਸ ਦੇਣਾ ਪੈਂਦਾ ਆਪਣੇ ਹਾਈ ਕਮਾਂਡ ਨੂੰ, ਸਾਡੇ ਆਪਣੇ ਲੀਡਰਸ ਨੂੰ ਥੈਂਕ ਕਰਨਾ ਪੈਂਦਾ।
ਉਸ ਤੋਂ ਬਾਅਦ ਇਹ ਪ੍ਰੋਪਰ ਪ੍ਰੋਸੀਜਰ ਹੁੰਦਾ ਹੈ। ਇਹਦਾ ਕੋਈ ਚੁੱਪ ਨਹੀਂ ਬੈਠੇ, ਸ਼ੇਰ ਦੀ ਚੁੱਪੀ ਨੂੰ ਉਹਦੀ ਕਮਜ਼ੋਰੀ ਨਾ ਸਮਝੋ। ਪਤਾ ਜੀ ਤੁਸੀਂ ਲੱਗਦਾ ਕਿ ਜਾਖੜ ਦੀ ਚਿੱਠੀ ਦਾ ਜ਼ਿਕਰ ਕੀਤਾ, ਇੱਕ ਚਿੱਠੀ ਤੁਹਾਡੇ ਬ੍ਰਦਰ ਪ੍ਰਤਾਪ ਸਿੰਘ ਬਾਜਵਾ ਨੇ ਵੀ ਲਿਖੀ ਹੈ, ਉਹਨਾਂ ਨੇ ਤੁਹਾਨੂੰ ਅਪੀਲ ਵੀ ਕੀਤੀ ਨੌਕਰੀ ਛੱਡਣ ਲਈ ਅਰਜੁਨ ਨੂੰ ਵੀ, कि उस चिट्ठी का जिक्र भी हो सकता है कि नहीं, उन्होंने अपने इंटरव्यू में स्पेसिफिकली कहा है कि उनका परिवार एक सेपरेट आइडेंटिटी है, फतेह सिंह बाजवा का परिवार एक सेपरेट आइडेंटिटी है, तो उनकी इस मामले में कोई से नहीं थी। ये हमारे पांचों से नहीं, मैं बात कर रहा हूं उसका कोई फर्क पड़ा, हमने जब ऑलरेडी सोच लिया हमने लेनी नहीं थी, तो कोई भी कुछ भी अर्जुन सवाल ਤੁਹਾਨੂੰ ਹੈ ਤੁਸੀਂ ਕਿਹਾ ਤੁਸੀਂ ਸੀਐਮ ਨੂੰ ਮੈਸੇਜ ਕਰ ਦਿੱਤਾ, ਫਿਰ ਚੀਫ ਮਿਨਿਸਟਰ ਤੇ ਕੀ ਕੰਪਲਸ਼ਨ ਸੀ ਉਹਨੇ ਕੈਬਨਿਟ ਚ ਕਿਉਂ ਮੈਸੇਜ ਪਾਸ ਕਰੇ? ਇਸ਼ੂ ਪੰਜ ਮੰਤਰੀਆਂ ਨੇ ਵੀ ਵਿਰੋਧ ਕੀਤਾ ਸੀ। ਰੀਜ਼ਨ ਆਈ ਡੋਨਟ ਨੋ ਦੈਟ ਯੂ ਕੈਨ ਆਸਕ ਦ ਚੀਫ ਮਿਨਿਸਟਰ। ਓਕੇ that you can ask the chief minister. It was my decision. Maybe when that is the best known to him. ਇਹ ਪੋਲੀਟੀਕਲ I don't see anything out of it. ਬਾਜਵਾ ਸਾਹਿਬ ਨੂੰ ਲੱਗਦਾ ਕਿ ਇਹ ਜਿਹੜਾ ਵਿਰੋਧ ਹੋ ਰਿਹਾ ਹੈ ਇੱਕ ਬੰਦਾ ਤੁਹਾਡੇ ਤੇ ਕੋਈ ਨੇਕੀ ਕਰੇ ਤੇ ਮੈਂ ਕਹਾਂ ਮੈਨੂੰ ਇਹ ਤੇ ਕੋਈ ਹੋਰ ਨਹੀਂ। ਬਾਜਵਾ ਸਾਹਿਬ ਇਹ ਜਿਹੜਾ ਵਿਰੋਧ ਹੋ ਰਿਹਾ ਹੈ ਕੀ ਲੱਗਦਾ ਹੈ ਕਿ ਜਿਹੜਾ ਆਮ ਲੋਕਾਂ ਦੇ ਵਿੱਚ ਵਿਰੋਧ ਇਸ ਕਰਕੇ ਤਾਂ ਨਹੀਂ ਹੋ ਰਿਹਾ ਕਿਉਂਕਿ ਇੱਕ ਸੰਪੰਨ ਘਰਾਣੇ ਦੇ ਨਾਲ ਤੁਸੀਂ ਸੰਬੰਧ ਰੱਖਦੇ ਹੋ ਤੇ ਬਹੁਤ ਸਾਰੇ ਜਿਹੜੇ ਲੋਕੀ ਆਮ ਜਨਤਾ ਜਿਹੜੀ ਹੈ ਬੇਰੁਜ਼ਗਾਰ ਹੈਗੀ ਹੈ, ਇਸ ਕਰਕੇ ਵਿਰੋਧ ਹੋ ਰਿਹਾ ਵੀ ਪਹਿਲਾਂ ਤਾਂ ਉਹਨਾਂ ਨੂੰ ਮਿਲਣੀ ਚਾਹੀਦੀ। ਇੱਕ ਮਿੰਟ, ਇੱਕ ਜਣਾ ਫਿਰ ਮੈਂ ਇੱਕ ਦਾ ਜਵਾਬ ਦੇ ਲਾਂ, ਫਿਰ ਤੁਸੀਂ ਕਰ ਰਹੇ ਹੋ ਨਾ ਜਵਾਬ ਦੇ ਮੇਰੀ ਇੱਕ ਮਿੰਟ ਜਵਾਬ ਅਸੀਂ ਇਹੋ ਹੀ ਦੇ ਰਹੇ ਸੀ ਕਿ ਵੀ ਸ਼ਹਾਦਤ ਦਾ ਕੋਈ ਅਮੀਰ ਤੇ ਕੋਈ ਗਰੀਬ ਹੁੰਦਾ। ਪਹਿਲੇ ਮੈਨੂੰ ਇੱਕ ਗੱਲ ਦਾ ਜਵਾਬ ਦੇ ਦਿਓ, ਠੀਕ ਹੈ? ਕੋਈ ਗਰੀਬ ਬੰਦੇ ਦੀ ਸ਼ਹਾਦਤ ਦਾ ਤੇ ਜਾਂ ਕਿਸੇ ਅਮੀਰ ਦੀ ਸ਼ਹਾਦਤ ਦਾ ਜਿਹੜਾ ਕੋਈ ਰਾਈਟ ਬਣਦਾ, ਜਿਹੜੀ ਗਵਰਨਮੈਂਟ ਪਾਲਿਸੀ ਹੈ ਉਹ ਅਵੇਲ ਕਰਨੀ ਕੋਈ ਪਾਪ ਹੈ? ਲੇਕਿਨ ਆਮ ਜਨਤਾ ਚ ਤਾਂ ਇੱਕ ਮੈਸੇਜ ਹੀ ਹੋਇਆ ਨਾ ਦੇਖੋ ਆਮ ਵਿਧਾਇਕ ਦੇ ਬੇਟੇ ਨੂੰ ਸੁਣੋ ਆਮ ਜਨਤਾ ਦੇ ਵਿੱਚ ਇਹ ਵੀ ਮੈਸੇਜ ਆਏਗਾ ਵੀ ਉਹਨਾਂ ਨੇ ਇਹ ਚੀਜ਼ ਨੂੰ ਸ਼ਹਾਦਤ ਉੱਤੇ ਨਹੀਂ ਸਮਝਿਆ, ਇਹ ਚੀਜ਼ ਨੂੰ ਮਾਰ ਦਿੱਤਾ। ਕੋਈ ਗੱਲ ਇਹ ਬੜੀ ਛੋਟੀ ਗੱਲ ਹੈ, ਬਲੀਵ ਵੀ ਬੜੀ ਛੋਟੀ ਗੱਲ। ਬਾਜਵਾ ਸਾਹਿਬ ਜਿਹੜੀ ਤੁਸੀਂ ਗੱਲ ਅਮੀਰ ਤੇ ਗਰੀਬ ਦੀ ਮਿੰਟੀ ਤੋਂ ਤੁਹਾਡੇ ਆ ਜਾਂਦੇ ਫਿਰ ਗੱਲ ਬਣ ਜਾਣੀ ਸੀ। ਕੀ ਜੀ 50 ਬੰਦਿਆਂ ਨੂੰ ਹੋਰ ਨਾਲ ਮਿਲਦੀ ਪੀੜਤਾਂ ਨੂੰ 50 ਬੰਦੇ ਹੋਰ ਹੁੰਦੇ ਦੋ ਤੁਹਾਡੇ ਹੁੰਦੇ, ਫਿਰ ਐਡੀ ਹੱਜ ਹੋ ਜਾਣੀ ਸੀ ਲੋਕਾਂ ਦੇ। ਸਿਰਫ ਦੋ ਬੰਦੇ ਜਿਹੜੇ ਦੇਖੋ ਇਹ ਪਾਲਿਸੀ ਇਹ ਪਾਲਿਸੀ ਆਉਂਦੀ ਹੈ ਅੰਡਰ ਕੰਪੈਸ਼ਨੇਟ ਸ਼ਹੀਦਾਂ ਦੇ ਪਰਿਵਾਰਾਂ ਦੇ। ਇੱਕ ਮਿੰਟ, ਜਿਹੜੀ ਤੁਸੀਂ ਗੱਲ ਕਰਦੇ ਹੋ ਮੈਂ ਤੁਹਾਨੂੰ ਅੱਜ ਕਹਿ ਰਿਹਾ ਔਨ ਕੈਮਰਾ ਵੀ ਆ 400 ਬੱਚੇ ਜਿਹੜੇ ਸ਼ਹੀਦ ਹੋਏ ਨੇ ਫਾਰਮਰਸ, ਉਹਨਾਂ ਦੇ ਬੱਚਿਆਂ ਨੂੰ ਮਿਲ ਰਹੀ ਹੈ। ਅਸੀਂ ਤੇ ਤਿਆਗਤੀ, ਅਸੀਂ ਤੇ ਕਹਿੰਦੇ ਉਹਨਾਂ ਨੂੰ ਦੋ, ਉਹਨਾਂ ਦਾ ਰਾਈਟ ਬਣਦਾ, ਦੇ ਸ਼ੁੱਡ ਗੈਟ ਇਟ। ਅਸੀਂ ਤੇ ਕੀਤਾ ਐਂਡ ਦੇ ਗੈਟਿੰਗ ਇਟ, ਦੇ ਗੈਟਿੰਗ ਦ ਮਨੀ, ਦੇ ਗੈਟਿੰਗ ਦ जॉब, व्हाट एल्स? पता लग जी आपने पूरी प्रेस कॉन्फ्रेंस में आपने अर्जुन ने सबने ये बात कही कि हमने तो पहले ही कैप्टन साहब को कह दिया था कैबिनेट में ना लाए। तो ये टाइमिंग जो चल रही है सेंटर के साथ, उनकी जो बातचीत चल रही है आलाकमान के साथ, तो आपको कैप्टन साहब की इंटेंशन पे कोई डाउट है कि जानबूझ के इशू बनाया गया? कैप्टन अमरिंदर सिंह is my leader. I undoubtedly am with him. I can never think of it ਵੀ ਕੈਪਟਨ ਅਮਰਿੰਦਰ ਸਿੰਘ ਇੱਥੇ ਕੋਈ ਰਾਜਨੀਤੀ ਕਰਦਾ। ਬਾਜਵਾ ਸਾਹਿਬ ਇੱਕ ਦੱਸੋ ਕਿ ਜਿਹੜੀ FIR ਹੋਈ ਸੀਗੀ ਉਹਨੂੰ ਲੈ ਕੇ ਤਰ੍ਹਾਂ ਦੇ ਸਵਾਲ ਵੀ ਕੀਤੇ ਜਾ ਰਹੇ ਨੇ ਕਿ ਟੈਰਰਿਸਟ ਵਿਕਟਮ ਨੇ ਸੀ, ਕੀ ਅਸਲ ਸੱਚਾਈ ਕੀ ਹੈ? अकाली दल ने सवाल उठाए। ਇੱਕ ਮਿੰਟ ਲੈਟ ਮੀ ਇਹਦੀ ਸਾਡੇ ਜਿਹੜੇ ਵੈਪਨ ਸੀ ਫਾਦਰਸ ਦੇ ਸਾਡੇ ਦੇ ਵਰ ਰਿਕਵਰਡ ਫਰਮ the terrorists from Khalistan Pindrawala force. Manochal Tiger force. Manochal was the one who did everything. ਇਹਦੇ ਵਿੱਚ ਜਵਾਬ ਲੈਣਾ ਪੁਲਿਸ ਦੇ ਰਿਕਾਰਡ ਵਿੱਚ ਹੈ, ਸਾਰਾ ਕੁਝ ਹੈਗਾ। ਇਸ ਕਿਸਮ ਦੀਆਂ ਗੱਲਾਂ, ਇਸ ਕਿਸਮ ਦੀਆਂ ਚੀਜ਼ਾਂ ਇਹ ਬੇਬੁਨਿਆਦ। ਅਸੀਂ ਜਸਟ ਇਟ ਇਜ਼ ਆਲਰੇਡੀ ਦੂਜਾ ਸਰ ਜ਼ੈਡ ਸਿਕਿਉਰਿਟੀ ਵੱਡੇ ਬਾਜਵਾ ਸਾਹਿਬ ਨੂੰ ਜਿਹੜੀ ਮਿਲੀ ਹੈ, ਸੈਂਟਰ ਨੇ ਡਿਊ ਡਿਲੀਜੈਂਸ ਨਾਲ ਸਾਰਾ ਆਪਣਾ ਪਿੱਛੇ ਹੋਮਵਰਕ ਕੀਤਾ ਹੈ। ਕੋਈ ਚੀਜ਼ ਮਿਲੀ ਹੋਣੀ ਉਹਨਾਂ ਨੂੰ ਤਾਂ ਹੀ ਦਿੱਤੀ ਨਾ ਜ਼ੈਡ ਸਿਕਿਉਰਿਟੀ। ਜਾਂ ਤਾਂ ਤੁਸੀਂ ਕਹੋਗੇ ਆਪਾਂ ਯੂਨੀਅਨ ਮਿਨਿਸਟਰ ਦੀ ਤੇ ਹੋਮ ਅਫੇਅਰਸ ਤੇ ਆਪਾਂ ਕੁਐਸਚਨ ਮਾਰਕ ਚੱਕਦੇ। अर्जुन सवाल ਤੁਹਾਨੂੰ ਹੈ, ਤੁਸੀਂ ਜਿਸ ਤਰੀਕੇ ਨਾਲ ਦੱਸਿਆ ਕਿ ਤੁਹਾਡੀ ਸਕੂਲਿੰਗ ਬੈਸਟ ਆਫ ਸਕੂਲਸ ਤੋਂ ਰਹੀ ਹੈਗੀ ਹੈ, ਯੂ ਆਰ ਵੈਲ ਕੁਆਲੀਫਾਈਡ, ਤਾਂ ਕਿਵੇਂ ਹੁਣ ਜਿਸ ਤਰੀਕੇ ਨਾਲ ਇਹ ਸਵਾਲ ਖੜੇ ਹੋ ਰਹੇ ਨੇ, ਜਿਸ ਤਰੀਕੇ ਨਾਲ ਸਵਾਲ ਤੁਹਾਡੀ ਨੌਕਰੀ ਦੀ ਨਿਯੁਕਤੀ ਨੂੰ ਲੈ ਕੇ ਖੜੇ ਹੋਏ, ਤਾਂ ਕੀ ਹੁਣ ਤੁਸੀਂ ਇਹਦਾ ਜਵਾਬ ਦੇਣਾ ਚਾਹੋਗੇ? ਕਿਉਂਕਿ ਲੋਕ ਕਹਿ ਰਹੇ ਨੇ ਕਿ ਜੇਕਰ ਇੰਨੀ ਹੀ ਦੇਸ਼ ਭਗਤੀ ਹੈਗੀ ਹੈ ਤਾਂ IAS BCS ਦੀ ਤਿਆਰੀ ਕਰਕੇ ਉਹ ਜਿਹੜਾ ਨਾਰਮਲ ਫਾਰਮੈਟ ਹੈਗਾ ਉਸ ਦੇ ਥਰੂ ਪਾਸ ਹੋ ਕੇ ਕਰੋ। Is it my fault that I coincidentally fall under this category? You tell me this. I fall under a certain category for which ਜੇ ਆਰਕਸ਼ਣ ਵੀ ਹੁੰਦਾ ਹੈ, ਰਿਜ਼ਰਵੇਸ਼ਨ ਹੁੰਦੀ ਹੈ,
ਸੋ ਉਹਨਾਂ ਵਾਸਤੇ ਵੀ ਜੌਬ ਹੁੰਦੀਆਂ ਨੇ ਤੇ ਇੱਕ ਇਸ ਕੈਟੇਗਰੀ ਟੈਰਰਿਸਟ ਵਿਕਟਿਮਸ ਲਈ ਹੁੰਦੀ ਹੈ, ਬਟ ਆਪਾਂ ਇੱਕ ਪ੍ਰੈਸੀਡੈਂਟ ਸਰ ਸੈੱਟ ਕਰਤਾ ਕਿ ਆਪਾਂ ਲੈਣੀ ਤੁਸੀਂ ਸੈੱਟ ਕਰੋਗੇ ਕਿ ਮੈਂ ਆਈਐਸ ਪੀਸੀਐਸ ਦੀ ਤਿਆਰੀ ਕਰਕੇ ਜੋ ਇੱਕ ਨਾਰਮਲ ਰੂਟ ਹੁੰਦਾ ਜੋ ਆਮ ਵਿਅਕਤੀਆਂ ਨਾਲ ਹੁੰਦਾ ਉਸ ਰੂਟ ਦੇ ਨਾਲ ਮੈਂ ਜਾ ਕੇ ਸੇਵਾ ਕਰਨਾ ਚਾਹੂੰਗਾ। ਮੈਨੂੰ ਰੱਬ ਨੇ ਹੋਰ ਬਹੁਤ ਤਰੀਕੇ ਦਿੱਤੇ ਨੇ ਪੰਜਾਬ ਦੀ ਸੇਵਾ ਕਰਨ ਲਈ, ਇਕੱਲਾ ਪੁਲਿਸ ਤਾਂ ਹੈਗੀ ਨਹੀਂ, ਸਾਡੇ ਕੋਲ ਹੋਰ ਬਹੁਤ ਜ਼ਰੀਏ ਨੇ ਸੇਵਾ ਕਰਨ ਦੀ, ਜਿਹੜੀ ਮੈਂ 17 ਸਾਲਾਂ ਤੋਂ ਕਰਦੇ ਆ ਰਿਹਾ। ਆਈ ਵਿਲ ਕੰਟੀਨਿਊ। ਬਾਕੀ ਮੇਰੀ politics, film industry, it can be whatever. That is my destiny, sir. But as I told you all, my first priority is people of Punjab. I will continue to serve them till my last day. So, ਉਹ ਮੈਂ ਪਹਿਲਾਂ ਵੀ ਸ਼ੋਅ ਕੀਤਾ, ਅੱਜ ਵੀ ਮੈਂ ਉਸੇ ਤੇ ਕਰ ਰਿਹਾ। ਬਸ ਸਾਹਿਬ ਇੱਕ ਜੀ ਕਿ ਚਰਚਾ ਸੀਗੀ ਵੀ ਤੁਸੀਂ ਪੀਐਸਪੀ ਲਈ ਪਹਿਲਾਂ ਗੱਲ ਕਹੀ ਸੀ ਕਿ ਡੀਜੀਪੀ ਦੀ ਇਨਵੋਲਵਮੈਂਟ ਤੋਂ ਬਾਅਦ ਇੰਸਪੈਕਟਰ ਦੀ ਨੌਕਰੀ ਦਿੱਤੀ ਗਈ। ਸਾਡੇ ਨੋ ਨਥਿੰਗ ਆਫ ਦੈਟ ਸੌਰਟ। ਅਸੀਂ ਤਾਂ ਪਹਿਲੇ ਹੀ ਕਹਿਤਾ ਹੀ ਲੈਣੀ ਨਹੀਂ ਨੌਕਰੀ, ਚਾਹੇ ਉਹ ਆਈਜੀਪੀ ਹੁੰਦੀ। ਜਦੋਂ ਅਸੀਂ ਮਨ ਬਣਾ ਲਿਆ ਵੀ ਅਸੀਂ ਨਹੀਂ ਲੈਣੀ, ਇਹਦੇ ਤੇ ਸਾਡੇ ਤੇ ਉਂਗਲ, ਸਾਡੀ ਪਾਰਟੀ ਤੇ ਉਂਗਲ ਹੋਊਗੀ, ਤਾਂ ਵੀ ਡੋਂਟ ਵਾਂਟ ਟੂ ਐਕਸੈਪਟ ਇਟ। ਐਸ ਸਿੰਪਲ ਐਜ਼ दैट। और भी किसी का कोई क्वेश्चन नहीं है। आपकी सरकार ने जो पार्टी ने वादा किया था घर घर रोजगार देने का, क्या वो वादा आपकी पार्टी पूरा कर पाई है और कहाँ तक? देखो, पंजाब गवर्नमेंट ने 18 लाख जॉब दी है जो किसी ने हाईलाइट नहीं की, वो आप फाइंड आउट करो। ये जो अभी भी फार्मर्स के विक्टिम्स है जिनकी डेथ हुई है, उनको भी 400 को नौकरी दे रहे हैं, आप फाइंड आउट करो। देखो, आप अगर बोलो भी 100% ही सब कुछ हो, अगर इफ यू आर परफॉर्मिंग वेल, इवन इफ यू आर डूइंग मोर देन 50%, इट्स नॉट बैड। ਬਾਜਵਾ ਸਾਹਿਬ ਹੋ ਗਿਆ ਜਿਹੜੇ ਸ਼ਹੀਦ ਹੋਏ ਉਹਨਾਂ ਨੌਕਰੀ ਦਿੱਤੀ ਜਾ ਰਹੀ ਹੈ ਤੇ ਤ੍ਰਿਪਤ ਬਾਜਵਾ ਉਹਦਾ ਬੇਟਾ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਆਇਆ ਜੀ। ਫੋਟੋ ਕਲਿੱਕ ਕਰ ਇੱਥੇ ਜਿਹੜੇ 5 ਵਾਰੀ ਬਣੇ WhatsApp ਹੋ ਜਾਣਾ ਆਏ ਆ, ਉਹਨਾਂ ਦਾ ਹੱਕ ਬਣਦਾ ਖੋਇਆ ਗਿਆ। ਉਸ ਤੋਂ ਇਲਾਵਾ ਤੁਸੀਂ ਸੁਖਬੀਰ ਬਾਦਲ, ਉਹਨਾਂ ਦਾ ਜਿਹੜੇ ਮਜੀਠੀਆ ਪਰਿਵਾਰ, ਉਹਨਾਂ ਦੀ ਵੀ ਲਾਇਆ, ਡਾਕਟਰ ਸਾਹਿਬ ਦਾ ਵੀ ਰੋਲ ਲਾਇਆ, ਸਰ ਲਿਆ। ਤੁਹਾਡੇ ਵੀ ਤਾਂ ਤੁਹਾਡੇ ਪਿਤਾ ਜੀ ਫਿਰ ਪ੍ਰਤਾਪ ਸਿੰਘ ਬਾਜਵਾ, ਚਰਨਜੀਤ ਕੌਰ ਬਾਜਵਾ, ਤੁਹਾਨੂੰ ਇਹ ਨਹੀਂ ਲੱਗ ਰਿਹਾ ਕਿ ਜਿਹੜੇ ਸੱਤਾ ਦੇ ਕਾਬਜ ਲੋਕ ਨੇ ਪਰਿਵਾਰਵਾਦ ਦੀ ਜਿਹੜੀ ਪੀੜ੍ਹੀ ਦਰ ਪੀੜ੍ਹੀ ਦੀ ਰਾਜਨੀਤੀ ਕਰਦੇ ਰਹੇ, ਆਪਣੇ ਵਾਸਤੇ ਅੱਗੇ ਤੋਂ ਘੱਟ ਜਵਾਬ ਦੇਣਾ ਮੈਂ ਤੁਹਾਡੀ ਇਸ ਗੱਲ ਦਾ ਜਵਾਬ ਦੇਣਾ। ਫਤਿਹ ਜੰਗ ਸਿੰਘ ਬਾਜਵਾ ਸਨ 2000 ਦੇ ਵਿੱਚ ਸ੍ਰੀ ਹਰਗੋਬਿੰਦਪੁਰ ਹਲਕੇ ਦੀ ਸੇਵਾ ਕੀਤੀ। ਮੈਨੂੰ ਕਿਸੇ ਪਾਰਟੀ ਨੇ ਨਹੀਂ ਕਿਹਾ ਮੈਂ ਆਜ਼ਾਦ ਲੜਿਆ। ਇੱਕ ਮੇਰੀ ਗੱਲ ਉਹ ਸੁਣਦੇ ਰਹੋ। 40 ਸਾਲ ਲਗਾਤਾਰ ਉਹ ਕਨਸਟੀਚੁਐਂਸੀ ਅਕਾਲੀ ਦਲ ਜਿੱਤਦਾ ਰਿਹਾ। ਅਸੀਂ ਆਪਣੀ ਮਿਹਨਤ ਨਾਲ ਉਹਨੂੰ ਬਣਾ ਕੇ ਬਲਵਿੰਦਰ ਸਿੰਘ ਲਾਡੀ ਐਮਐਲਏ ਬਣਾਇਆ। 18,000 ਇਹ ਕਿਹਦੀ ਕੰਟਰੀਬਿਊਸ਼ਨ ਸੀ? ਕੀ ਮੇਰਾ ਇਹ ਕਸੂਰ ਹੈ ਵੀ ਮੈਂ ਪੋਲੀਟੀਕਲੀ ਕਿਸੇ ਦੀ ਸੇਵਾ ਕਰਕੇ ਉਸ ਕਨਸਟੀਚੁਐਂਸੀ ਨੂੰ ਨਰਚਰ ਕਰਨਾ? ਕੀ ਮੈਨੂੰ ਪਾਰਟੀ ਨੇ ਦਿੱਤੀ? ਨਹੀਂ, ਪਾਰਟੀ ਨੇ ਮੇਰੀ ਸਰਵਿਸ ਉਦੋਂ ਰੈਕਗਨਾਈਜ਼ ਕੀਤੀ ਜਦੋਂ ਮੈਂ ਆਜ਼ਾਦ ਤੌਰ ਤੇ ਉੱਤੇ 21,000 ਵੋਟ ਲੈ ਕੇ ਗਿਆ ਔਰ ਜਿੱਤਣ ਵਾਲੇ ਨੂੰ ਸਿਰਫ 24,000 ਵੋਟ। ਫਿਰ ਇੱਕ ਗੱਲ ਹੋਰ ਦੱਸਦਾ, ਮੈਂ ਵੀ ਪੋਲਿਟਿਕਸ 'ਚ ਹੈਗਾ। ਇਹ ਗੱਲ ਦੇਖੋ, ਕਦੇ ਕਦੇ ਆਪਣੀ ਜਿਹੜਾ ਬੰਦਾ ਚੁੱਪ ਕਰਕੇ ਕੰਮ ਕਰਦਾ ਰਹਿੰਦਾ ਹੈ ਨਾ, ਉਹਦੀ ਚਰਚਾ ਆਪਣੇ ਆਪ ਪਬਲਿਕ 'ਚ ਹੋਣੀ ਚਾਹੀਦੀ ਹੈ। ਮੈਂ ਵੀ ਇਹਨਾਂ ਦਾ ਬੇਟਾ ਹੈ, 4 ਸਾਲ ਤੋਂ ਮੈਨੂੰ ਵੀ ਕੁਝ ਬਣਾ ਸਕਦੀ ਸੀ, ਚੇਅਰਮੈਨ ਬਣਾ ਸਕਦੀ ਸੀ ਮਾਰਕੀਟ ਕਮੇਟੀ ਦਾ, ਜ਼ਿਲ੍ਹਾ ਪਰਿਸ਼ਦ ਦਾ, ਬਲਾਕ ਸਮਿਤੀ ਦਾ। ਇਹਨਾਂ ਨੇ ਸਾਫ਼ ਨਾ ਕਰਤੀ ਸੀ ਤੇ ਉਹ ਸਾਡੀ ਆਈਡੀਓਲੋਜੀ, ਸਾਡੀ ਥਿੰਕਿੰਗ ਸ਼ੋ ਕਰਦਾ। ਜਿਹੜੇ ਕਿਸਾਨਾਂ ਦੀ ਗੱਲ ਕਰ ਰਹੇ ਕਿ ਸਰਵਿਸਿਜ਼ ਫੋਲੋ ਨਹੀਂ ਕੀਤਾ ਗਿਆ, ਕੰਪੈਸ਼ਨੇਟ ਪਾਲਿਸੀ ਵੀ ਫੋਲੋ ਨਹੀਂ ਕੀਤਾ ਗਿਆ, ਇਮੀਡੀਏਟ ਜਿਹੜੀ ਡਿਸੀਜ਼ ਦੇ ਰਿਲੇਟਿਵ ਨੇ ਉਸ ਨੂੰ ਦੇ ਦਿੱਤੀ ਜਾਂਦੀ ਹੈ। that the chief minister office can say I can't say anything। ਉਹ ਦੱਸ ਸਕਦੇ ਨੇ, ਅਸੀਂ ਇਸ ਬਾਰੇ ਕੋਈ ਨਹੀਂ ਜੇ ਪੁੱਛਣਾ। ਸਰ, ਜਿਹੜੇ ਕਿਸਾਨ ਸ਼ਹੀਦ ਹੋਏ ਉਹਨਾਂ ਦੀ ਨੌਕਰੀ ਦਾ ਟਾਈਮ ਜਿਹੜਾ ਹੈਗਾ ਉਹ ਕਿੱਥੇ ਤੱਕ ਪਹੁੰਚਿਆ? ਕਿਉਂਕਿ ਵੈਦਵਾਦੀ ਤਾਂ ਪਹਿਲਾਂ ਵੀ ਨੌਕਰੀਆਂ ਉਹਨਾਂ ਲਈ ਆਈਡੈਂਟੀਫਾਈ ਹੋ ਗਈਆਂ ਨੇ, ਤੁਹਾਡੇ ਸਾਹਮਣੇ ਆਪੇ ਆ ਨੇ। ਕਿਉਂਕਿ ਸਰ ਸਾਡੇ ਹੁਣੇ ਪਿਆ ਜਿਹੜੇ ਪਲੇਅਰ ਸੀਗੇ ਉਹਨਾਂ ਨਾਲ ਵੀ ਬਹੁਤ ਸਾਰੇ ਵਾਅਦੇ ਕੀਤੇ ਗਏ ਸੀ, ਖਿੱਚ ਤੋਂ ਅੱਜ ਹੋਈ ਆ। ਮੈਂ ਤੁਹਾਨੂੰ ਜਿਹੜੀ ਗੱਲ ਵਿਕਟਮਸ ਦੀ ਹੈਗੀ ਹੈ ਮੈਂ ਉਹਨਾਂ ਦੀ ਗੱਲ ਕਰ ਰਿਹਾ। ਜਿਹੜੀ ਸਰਕਾਰ ਦੇ ਸਪੋਰਟਸਮੈਨ ਦੀ ਪਾਲਿਸੀ ਹੈ ਉਹ ਉਸਦੇ ਵਿੱਚ ਆ ਜਾਣਗੇ। ਸਰਕਾਰ ਕੁਝ ਹਰ ਇੱਕ ਦੀ ਕਰ ਰਹੀ ਹੈ। ਠੀਕ ਹੈ, ਹੌਲੀ ਹੋ ਕੇ ਅਸੀਂ ਨੌਕਰੀਆਂ ਬਾਰੇ ਉਸ ਦੇ ਵਿੱਚ ਮੈਂ ਤੁਹਾਨੂੰ ਇੰਟਰੋਡਿਊਸ ਕਰਾਉਣਾ ਚਾਹੁੰਦਾ ਵੀ ਇਹ ਮੇਰਾ ਬੇਟਾ ਹੈ ਅਰਜੁਨ ਪ੍ਰਤਾਪ ਸਿੰਘ ਬਾਜਵਾ, ਜਿਹਦੀ ਅਪਾਇੰਟਮੈਂਟ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਕੈਬਨਿਟ ਵਿੱਚ ਕੀਤੀ। ਇਹ ਮੇਰਾ ਬੇਟਾ ਹੈ ਕਮਲ ਪ੍ਰਤਾਪ ਸਿੰਘ ਬਾਜਵਾ ਹੈ, ਵੱਡਾ ਹੈ, ਛੋਟਾ ਹੈ। ਇਹ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਇਹ ਪੰਜਾਬ ਦੀ ਕਾਂਗਰਸ ਦਾ ਜਨਰਲ ਸੈਕਟਰੀ ਹੈ। ਇਹ ਸਾਡਾ ਮੇਰਾ ਪਰਿਵਾਰ ਹੈ ਤੇ ਜਿਹੜੀ ਕੰਪੈਸ਼ਨੇਟ ਗਰਾਊਂਡ ਦੇ ਉੱਤੇ ਨੌਕਰੀ ਲੈਣ ਦੀ ਕੋਈ ਗੱਲ ਆਈ ਉਸ ਦੇ ਉੱਤੇ
ਪਹਿਲੇ ਮੈਂ ਚਾਹਾਂਗਾ ਵੀ ਅਰਜਨ ਆਪਣਾ ਵਿਊ ਪੁਆਇੰਟ ਦੇ ਔਰ ਉਸ ਤੋਂ ਬਾਅਦ ਫਿਰ ਕਮਰ ਆਪਣਾ ਵਿਊ ਪੁਆਇੰਟ ਫਿਰ ਮੈਂ ਦਵਾਂਗਾ, ਫਿਰ ਤੁਹਾਡੇ ਕੁਐਸਚਨ ਨੂੰ ਕਰਨਾ ਚਾਹੁੰਦਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮਾਸਕ ਉਤਾਰ ਲੈਣਾ ਜਾਂ ਥੋੜਾ ਲਾਊਡਲੀ ਬੋਲਿਓ ਪਲੀਜ਼। ਤੇ ਹੁਣ ਠੀਕ ਹੈ ਜੀ? ਹਾਂਜੀ। ਸਾਰਿਆਂ ਤੋਂ ਪਹਿਲਾਂ ਜੀ ਮੈਂ ਸਾਡੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦਾ ਤਹਿ ਦਿਲੋਂ ਧੰਨਵਾਦ